ਨੋਟਸ ਮਿਲਣਗੇ, ਐਗਜ਼ਾਮ ਤੁਸੀਂ ਦੇ ਸਕਦੇ ਆ, ਉਹਦੇ ਵਿੱਚ ਡੈਮੋ ਐਗਜ਼ਾਮ ਵੀ ਦੇ ਸਕਦੇ ਆ 30 ਵਾਰੀ, ਯਾਨੀ 30 ਟਾਈਮ ਆਪਾਂ ਉਹਦੇ ਵਿੱਚ ਪੇਪਰ ਦਾ ਡੈਮੋ ਲੈ ਸਕਦੇ ਆ। ਉਸ ਤੋਂ ਬਾਅਦ ਫਾਈਨਲ ਐਗਜ਼ਾਮ ਦੇਣਾ, ਉਹ ਸਬਮਿਟ ਕਰਨਾ, ਉਸ ਤੋਂ ਬਾਅਦ ਤੁਹਾਡੀ ਸੌਫਟ ਕਾਪੀ ਜਿਹੜੀ ਸਰਟੀਫਿਕੇਟ ਦੀ ਉਹ ਇਸ਼ੂ ਹੋਊਗੀ। ਉਹਦੇ ਵਿੱਚ ਜੇ ਕਿਸੇ ਨੂੰ ਨਹੀਂ ਸਮਝ ਲੱਗੀ, ਇਸ ਤੋਂ ਬਾਅਦ ਤੁਸੀਂ ਸਾਨੂੰ ਪੁੱਛ ਸਕਦੇ ਆ। ਇੱਕ ਤੁਹਾਨੂੰ ਕੰਟੈਕਟ ਨੰਬਰ ਦੇਵਾਂਗੇ, WhatsApp ਨੰਬਰ ਹੈ, ਉਹ WhatsApp ਨੰਬਰ ਤੇ ਤੁਸੀਂ ਜਿਹੜਾ ਅੱਜ ਸਾਰੇ ਬੱਚਿਆਂ ਨੇ ਡਾਊਨਲੋਡ ਕੀਤਾ ਉਹਦਾ ਸਕਰੀਨਸ਼ਾਟ ਤੁਸੀਂ ਉਹ ਤੇ ਭੇਜਣਾ। ਉਹਦੇ ਵਿੱਚ ਅੱਜ ਜਿਵੇਂ ਸਾਥੀ ਸਰ ਨੇ ਇੱਕ ਆਫਰ ਹੋਰ ਦਿੱਤਾ ਹੁਣ ਆਪਣੀ ਸੇਵ ਕਮਿਊਨਿਟੀ ਵੱਲੋਂ ਤੇ ਸਾਥੀ ਸਰ DITRP ਵੱਲੋਂ, ਜੇ ਤੁਸੀਂ ਅੱਜ ਦੇ ਦਿਨ ਡਾਊਨਲੋਡ ਕਰਦੇ ਆ ਕੋਰਸ ਜੁਆਇਨ ਕਰਦੇ ਆ, ਤੁਹਾਨੂੰ ਇੱਕ ਕੋਰਸ ਫ੍ਰੀ ਦਿੱਤਾ ਜਾਊਗਾ। ਅਗਲਾ ਨੈਕਸਟ ਸੈਕਿੰਡ ਕੋਰਸ, ਜਿਵੇਂ ਤੁਸੀਂ ਅਕਾਊਂਟ ਦਾ ਕੋਰਸ ਲੈ ਲਿਆ, ਉਹਦੇ ਵਿੱਚ ਸਪੋਕਨ ਇੰਗਲਿਸ਼ ਦਾ ਕੋਰਸ ਕਰਨਾ ਜਾਂ ਕੋਈ ਵੀ ਕਰਨਾ, ਤੁਸੀਂ ਉਹਦੇ ਲਿਸਟ ਵਿੱਚ ਵੇਖ ਸਕਦੇ ਆ। ਉਹ ਕੋਰਸ ਤੁਹਾਨੂੰ ਨੈਕਸਟ ਦਾ 1000 ਰੁਪਏ ਦਾ ਇਹਦੇ ਵਿੱਚ ਵੈਲਿਡ ਹੈ, ਵੈਲਿਡ ਆਪਸ਼ਨ ਹੈ, ਉਹਦੇ ਵਿੱਚ 1000 ਰੁਪਏ ਇਹਨਾਂ ਵੱਲੋਂ ਟ੍ਰਾਂਸਫਰ ਕੀਤਾ ਜਾਊਗਾ। ਉਹਦੇ ਤੇ ਤੁਸੀਂ ਕੋਈ ਸੈਕਿੰਡ ਕੋਰਸ ਬਿਲਕੁਲ ਫ੍ਰੀ ਕਰ ਸਕਦੇ ਆ। ਇਹ ਸਿਰਫ ਅੱਜ ਦੇ ਦਿਨ ਲਈ ਆ, ਠੀਕ ਹੈ। ਐਪ ਤੁਸੀਂ ਕਰ ਲਿਆ ਡਾਊਨਲੋਡ ਸਾਰੇ ਨੇ? ਚਲੋ, ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਤੁਸੀਂ ਪ੍ਰੋਗਰਾਮ ਤੋਂ ਬਾਅਦ ਆ ਕੇ ਪੁੱਛ ਸਕਦੇ ਆ, ਠੀਕ ਹੈ। ਜਾਂ ਤੁਸੀਂ ਮੈਡਮ ਨੂੰ ਪੁੱਛ ਲਿਓ ਜਾਂ ਸਰ ਨੂੰ, ਜਿਹਨੂੰ ਮਰਜ਼ੀ ਪੁੱਛ ਸਕਦੇ ਆ, ਤੇ ਕੋਈ ਵੀ ਡਾਊਟ ਹੋਇਆ ਤੁਸੀਂ ਕਲੀਅਰ ਕਰ ਲਿਓ, ਠੀਕ ਹੈ। ਹੋਰ ਕਿਸੇ ਨੇ ਕੁਝ ਇਹਦੇ ਬਾਰੇ ਪੁੱਛਣਾ ਤੇ ਦੱਸ ਦਿਓ। ਕੋਈ ਇਨਕੁਆਇਰੀ ਹੈਗੀ ਹੈ? ਠੀਕ ਹੈ, ਚਲੋ ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। शुक्रिया गुरजीत सर। ਇਹ ਸੰਸਥਾ ਜਦੋਂ ਕਰੋਨਾ ਕਾਲ ਸੀ, ਜਦੋਂ ਕਰੋਨਾ ਪੂਰਾ ਪੀਕ ਤੇ ਸੀ, ਉਸ ਸਮੇਂ ਦੌਰਾਨ ਦੀ ਇਹ ਸੰਸਥਾ ਨੇ ਜਿਹੜੇ ਲੋੜਵੰਦ ਪਰਿਵਾਰ ਸੀ, ਜਿਹੜੇ ਕੈਦੀ ਪਰਿਵਾਰ ਸੀਗੇ, ਜਿਨ੍ਹਾਂ ਦੇ ਇੱਥੋਂ ਤੱਕ ਕਿ ਸਾਡੇ ਕੋਲੇ ਉਹ ਪਹੁੰਚੇ ਸੀ, ਮੋਬਾਈਲ ਤੱਕ ਵੀ ਵਿਕ ਗਏ, ਜਿਨ੍ਹਾਂ ਦੇ ਘਰੇ ਬੈਠਿਆਂ ਬੜਾ ਔਖਾ ਸਮਾਂ ਸੀ, ਉਹ ਸਭ ਨੇ ਵੇਖਿਆ। ਪਰ ਇਹ ਸੰਸਥਾ ਨੇ ਉਸ ਸਮੇਂ ਦੌਰਾਨ ਘਰ ਘਰ ਜਾ ਕੇ ਜਿਹੜੀ ਰਾਸ਼ਨ ਦੀ ਸੇਵਾ, ਘਰੇ ਜਿਹੜੀ ਮੁੱਖ ਸੇਵਾ ਸੀ ਕਿ ਘਰੇ ਰਾਸ਼ਨ ਨਹੀਂ ਬਣਦਾ ਸੀ ਕਿਸੇ ਦੇ ਘਰੇ, ਘਰ ਘਰ ਜਾ ਕੇ ਤਕਰੀਬਨ 3 ਲੱਖ ਰੁਪਏ ਦਾ ਰਾਸ਼ਨ ਜਿਹੜਾ ਸੀ ਹਰੇਕ ਘਰ ਦੇ ਵਿੱਚ ਲੋੜਵੰਦ ਪਰਿਵਾਰ ਦੇ ਕਿਰਤੀ ਦੇ ਵਿੱਚ ਪਹੁੰਚਦਾ ਕੀਤਾ। ਇਸ ਤੋਂ ਪਹਿਲਾਂ ਹੜ੍ਹਾਂ ਦੀ ਸਥਿਤੀ ਵੀ ਆਈ ਸੀ, ਤੁਹਾਨੂੰ ਪਤਾ ਪੰਜਾਬ ਦੇ ਦੁਆਬੇ ਏਰੀਏ ਦੇ ਵਿੱਚ ਹੜ੍ਹ ਆਏ ਸੀਗੇ ਜੀ। ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ ਦੁਆਬੇ ਏਰੀਏ ਦੇ ਵਿੱਚ। ਉਦੋਂ ਵੀ ਉਧਰ ਜਿਹੜਾ ਦੁਆਬੇ ਏਰੀਆ ਸੀ ਉਹ ਕਿਰਤੀ ਜ਼ਿਆਦਾ ਹੋਣ ਕਰਕੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਸੀ, ਫਸਲਾਂ ਦਾ ਨੁਕਸਾਨ ਬਹੁਤ ਹੋਇਆ ਸੀ। आज सब पूछ गया। गुड मॉर्निंग। मैं एक चीज तो बताना ही भूल गया आप सभी को। मुझे बोलना समझ में आ रहा है ना सभी को? आवाज नहीं आ रहा है मेरे को, जोर से बोलिए। ओके, मैं थोड़ा सा मेरी जर्नी के बारे में आपको बताना भूल गया। यूट्यूब पे अगर आप जाएंगे DITRP सर्च करिए, साढ़े से करके की वीडियो है। बिग बॉस देखे होंगे सभी ने? हाँ, उसमें एक सेलिब्रिटी है जिसने मुझे स्पेशली मुझे फोन करके मेरा इंटरव्यू लिया मुंबई में। उनको जब पता चला मेरे बारे में, मेरी जर्नी के बारे में, तो उन्होंने डिसाइड किया कि सर आपका एक इंटरव्यू लेना है मुझे। तो मैंने बोला सर मैं तो, क्योंकि मैडम को दिलनाज ईरानी करके देख पाएंगे, शाहरुख खान, सलमान खान बहुत सी में और बिग बॉस में भी आ चुके, तो उन्होंने मेरा इंटरव्यू लिया। तो वो इंटरव्यू आप यूट्यूब पे जाके साथे सर सर्च करेंगे, इंटरव्यू तो आपको मिल जाएगा, या DITRP सर्च करेंगे तो वहाँ पे आपको मेरा इंटरव्यू मिलेगा। तो मैं आपको थोड़ी सी मेरी जर्नी के ऊपर बता, जैसे आप सभी स्टूडेंट्स हैं तो मुझे काफ़ी अच्छा लगेगा मुझे मेरे बारे में बताने के लिए आपको कि मेरा एजुकेशन काफ़ी कम है। मैं 9th में 2 बार फेल हुआ। मुझे बताने में कोई भी शर्म नहीं है, क्योंकि एजुकेशन में मैंने आगे नहीं था, पर मुझे कंप्यूटर में बहुत शौक था। जब मैं 9th में 2 बार फेल हुआ तो डैडी ने बोला अभी आप कुछ नहीं कर सकते हो, हमारी शॉप से आप बैठ जाइए गले पे, रोज के सिर्फ गले पे बैठिए, यही काम है आपका। तो मैंने कहा नहीं, मुझे कुछ ना कुछ तो आगे करना है। जब मैं 9th में 2 बार फेल हुआ तो स्कूल वालों ने अपनी सर्टिफिकेट आपने दे दिए, भाई आप कोई दूसरी स्कूल ज्वाइन करो।
तो मैंने तभी सोच लिया कि भाई आगे पढ़ना नहीं है पर कंप्यूटर में कुछ करना है। तो मैंने खुद एक बड़े ब्रांड के साथ कंप्यूटर कोर्स ज्वाइन किया, जैसे आप सब कोई भी कंप्यूटर क्लास ज्वाइन करते हो। तो जब मैं वो कंप्यूटर क्लास ज्वाइन किया, वहाँ पर बहुत फील होने के बाद भी वहाँ पर मुझे सिखाया नहीं गया। तो मैंने वो कंप्यूटर क्लास 10 से 15 दिन जाने का छोड़ दिया और सोचा कि क्या करना है। तो आधी रात को मुझे ऐसे आया कि मैं खुद का कंप्यूटर क्लास ओपन करता हूँ और खुद ही सीखता हूँ। तो ऐसे मैंने किया, खुद ही कंप्यूटर क्लास ओपन किया मैंने, और वहाँ पे फैकल्टी के लिए मैंने न्यूज़पेपर में इश्तिहार दिया कि भाई आगे ये मुझे एक फैकल्टी की ज़रूरत है। तो एक फैकल्टी मेरे पास आए और उन्होंने बोला कि क्या सैलरी वगैरह क्या होगा। मैंने बताया हाँ ये सैलरी अब ज्वाइन हो जाएगी। तो उन्होंने मेरे पास ज्वाइन हुए, 3 से 4 दिन हो गए, कोई स्टूडेंट ही नहीं आ रहे थे क्योंकि मैंने कोई एडवर्टाइजमेंट नहीं की थी, सिर्फ फैकल्टी को। तो टीचर बोले कि सर स्टूडेंट तो आ नहीं रहे, तो आप मुझे सैलरी कैसे देंगे। तो मैंने कहा अब मेरे को बहुत अंदर से ऐसा लग रहा था मैं कैसे बोलूँ कि मुझे ही सिखाना है। तो मैंने उनको बता दिया कि मुझे ही सिखाइए आप, मैं आपको सैलरी दूंगा, आप मुझे कंप्यूटर में मुझे सिखाइए, मुझे बहुत इंटरेस्ट है कंप्यूटर। तो उन्होंने बोला कि नहीं आप नहीं सीख पाओगे कंप्यूटर क्योंकि आपका तो एजुकेशन भी नहीं है। पर मैंने उनको कहा कि आप मुझे 1 महीना सिखाइए, मैं आपको मुंबई में 10 ब्रांच ओपन करके दूंगा। तो टीचर ने बोला ऐसा पॉसिबल नहीं है। तो मेरा अपनी जिद थी, मैंने वो पूरा किया। 2 महीने के अंदर मैंने मुंबई में 10 ब्रांच ओपन किया। कंप्यूटर्स में जीरो था, सॉरी कंप्यूटर में भी जीरो था और पढ़ाई में भी जीरो था। और वही मेहनत करके DRTR पे हमने स्टार्टअप किया और पूरे पैन इंडिया में हमने ये बिजनेस स्टार्ट किया हुआ है। तो बहुत मेहनत करके यहाँ तक पहुंचे। तो आप सभी स्टूडेंट के लिए भी मेरा एक मैसेज है कि अगर पढ़ाई में इंटरेस्ट नहीं है तो दूसरे एजुकेशन में आप जरूर आगे बढ़ सकते हैं। मेरा यही मैसेज है, समझ में आ रहा है मैं क्या बताया आपको। तो जरूरी नहीं है कि पढ़ाई जरूरी नहीं है, आपको जिस स्किल्स में जाना है उस स्किल्स में अपनी स्किल ढूंढिए कि मुझे इसमें इंटरेस्ट है। अपने पेरेंट्स के बारे में बात करिए कि मुझे ये कोर्स में इंटरेस्ट है। तो जिस कोर्स में आपको इंटरेस्ट है, जिसमें आपको लगता है कि फ्यूचर बन सकता है, उसी कोर्स को ही आप ज्यादातर मोटिव करिए कि मैं उसी कोर्स के ऊपर जाना चाहती हूँ या जाना चाहता हूँ। अपने पेरेंट्स से डिस्कशन करिए और उसमें ही आगे बढ़े। जरूरी नहीं, आज हॉकी में भी आपने देखा होगा लोग इंटरनेशनल जाके हॉकी खेलते हैं, तो उनका एजुकेशन कुछ नहीं है, जीरो है। तो इसलिए जरूरी नहीं कि आप पढ़ाई ग्रेजुएट करना चाहिए, आप अपने स्किल पे ध्यान दीजिए, जो स्किल में आपको इंटरेस्ट है उसमें आगे बढ़ सकते हैं। ऑल द बेस्ट, यही बताने का। थैंक यू। ਵੈਲਕਮ ਸਰ। ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਡਾਕਟਰ ਕਰਨ ਵੜਿੰਗ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਇਹਨਾਂ ਦਾ ਤਹਿ ਦਿਲੋਂ, ਜੀ ਆਇਆਂ ਨੂੰ ਜੀ। ਤੇ ਆਪਣੀ ਸੰਸਥਾ ਦੇ ਬਾਰੇ ਗੱਲ ਚੱਲਦੀ ਸੀ ਜਿਹੜੀ ਕਰੋਨਾ ਕਾਲ ਦੇ ਦੌਰਾਨ ਸਰ ਮੈਂ ਦੱਸ ਰਿਹਾ ਸੀ ਜਿਹੜਾ ਕਿ ਲੋੜਵੰਦ ਪਰਿਵਾਰਾਂ ਨੂੰ, ਕਿਰਤੀ ਪਰਿਵਾਰਾਂ ਨੂੰ ਘਰੇ ਜਾ ਜਾ ਕੇ ਜਦੋਂ ਬਿਲਕੁਲ ਪੀਕ ਤੇ ਸੀ ਕਰੋਨਾ ਕਾਲ, ਰਾਸ਼ਨ ਵੰਡਿਆ ਇਸ ਸੰਸਥਾ ਨੇ। ਤਕਰੀਬਨ 3 ਲੱਖ ਅਮਾਊਂਟ ਦੀ ਕਰੀਬ ਰਾਸ਼ਨ ਵੰਡਿਆ ਗਿਆ। ਉਸ ਤੋਂ ਵੀ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ, ਜਦੋਂ ਮੈਂ ਦੱਸ ਰਿਹਾ ਸੀ ਕਿ ਦੁਆਬਾ ਏਰੀਆ ਦੇ ਵਿੱਚ ਕਿਰਤੀ ਜ਼ਿਆਦਾ ਹੋਣ ਕਰਕੇ ਉੱਥੇ ਨੁਕਸਾਨ ਬਹੁਤ ਹੋਇਆ ਸੀ ਫਸਲਾਂ ਦਾ, ਡੰਗਰ ਪਸ਼ੂ ਬਹੁਤ ਮਰ ਗਏ ਸੀ। ਜਿੱਥੇ ਸਾਰੀਆਂ ਸੰਸਥਾਵਾਂ ਲੱਗੀਆਂ ਹੋਈਆਂ ਸੀ ਰਾਸ਼ਨ ਪਹੁੰਚਾਉਣ ਤੇ, ਦਵਾਈਆਂ ਦੀ ਸੇਵਾ ਤੇ, ਤਾਂ ਇਹ ਸੰਸਥਾ ਨੇ ਜਦੋਂ ਬਾਈ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਜਿਹੜੇ ਆਪਣੇ ਭਾਈ ਸ਼ਿਵਜੀਤ ਸਿੰਘ ਸੰਘਾ ਜੀ, ਕਿ ਕਿਉਂ ਨਾ ਆਪਾਂ ਜਿਨ੍ਹਾਂ ਦੇ ਡੰਗਰ ਪਸ਼ੂ ਮਰ ਗਏ, ਜਿਹੜੇ ਉਹਨਾਂ ਤੇ ਨਿਰਭਰ ਸੀ, ਆਪਾਂ ਉਹਨਾਂ ਦੀ ਜਾ ਕੇ ਉੱਥੇ ਮੈਡੀਕਲ ਚੈੱਕਅਪ ਕੈਂਪ ਲਗਾਈਏ, ਦਵਾਈਆਂ ਲਈਏ। ਤਾਂ ਇਹਨਾਂ ਦੀ ਸੋਚ ਸਦਕਾ ਉੱਥੇ ਮੈਡੀਕਲ ਚੈੱਕਅਪ ਕੈਂਪ ਲਵਾਇਆ ਗਿਆ ਸਪੈਸ਼ਲੀ ਪਸ਼ੂਆਂ ਵਾਸਤੇ। ਉਹਨਾਂ ਦੀਆਂ ਦਵਾਈਆਂ ਦਾ ਅਰੇਂਜਮੈਂਟ ਕੀਤਾ ਗਿਆ, ਉਹਨਾਂ ਦੇ ਵਾਸਤੇ ਫੀਡ, ਖਲ, ਚਾਰਾ ਸਾਰਾ ਕੁਝ ਸੀ। ਜਿਹਨਾਂ ਦੇ ਪਸ਼ੂ ਬਚ ਗਏ ਸੀ ਪਰ ਭਿਆਨਕ ਬਿਮਾਰੀ ਦੇ ਨਾਲ ਉਹ ਜਿਹੜੇ ਪੀੜਤ ਹੋ ਚੁੱਕੇ ਸੀਗੇ। ਤਾਂ ਮੈਂ ਹੁਣ ਬੇਨਤੀ ਕਰਾਂਗਾ
ਆਪਣੇ ਸਰਦਾਰ ਸਿਵਜੀ ਸਿੰਘ ਸੰਘਾ ਜੀ ਨੂੰ ਕਿ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿਓ ਜੀ। ਸੰਘਾ ਸਾਹਿਬ। ਸੇਵ ਕਮਿਊਨਿਟੀ ਫਾਊਂਡੇਸ਼ਨ ਅਤੇ DITRP ਦੇ ਸੱਦੇ ਤੇ ਅੱਜ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਸਾਰੇ ਸਤਿਕਾਰਯੋਗ ਸਾਡੇ ਬਹੁਤ ਹੀ ਰਿਸਪੈਕਟਡ ਡਾਕਟਰ ਕਰਨ ਬੜੇਗੀ ਜੀ, ਵਾਈਸ ਚੇਅਰਮੈਨ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਉਹਨਾਂ ਦੇ ਨਾਲ ਸਾਡੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ DITRP ਤੋਂ ਸ਼੍ਰੀ ਅਮਜਦ ਜੀ ਸਾਠੇ ਜੀ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਸੰਸਥਾਵਾਂ ਦੇ ਮੇਰੇ ਬੜੇ ਹੀ ਰਿਸਪੈਕਟਡ ਤੇ ਮੇਰੇ ਸਟੂਡੈਂਟਸ ਜਿਹੜੇ ਇੱਥੇ ਬੈਠੇ ਨੇ, ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ, ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਸਾਡੇ ਵਿੱਚ ਮੀਡੀਆ ਤੋਂ ਵੀ ਸੱਜਣ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਹਾਂ। 2 ਸਾਲ ਪਹਿਲਾਂ ਜਦੋਂ 2019 ਦੇ ਵਿੱਚ ਸੰਸਥਾ ਸ਼ੁਰੂ ਕੀਤੀ ਗਈ ਸੀ ਤਾਂ ਬੜਾ ਹੀ ਛੋਟਾ ਜਿਹਾ ਇੱਕ ਸੋਚ ਲੈ ਕੇ ਚੱਲੇ ਸੀ। ਹੌਲੀ ਹੌਲੀ ਜਿਵੇਂ ਕਹਿੰਦੇ ਹੁੰਦੇ ਆ ਵੀ ਕਾਬਲਾ ਬਣਦਾ ਗਿਆ ਤੇ ਜਿਹੜਾ ਆਪਣਾ ਪ੍ਰੋਜੈਕਟਸ ਨੇ ਉਹ ਵੀ ਵੱਧਦੇ ਤੁਰੇ ਗਏ। ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਕੰਪਿਊਟਰ ਸੈਂਟਰ ਚਲਾਉਣ ਦੀ। ਕੰਪਿਊਟਰ ਸੈਂਟਰ ਤੋਂ ਬਾਅਦ ਸਾਡੇ ਮਨ ਦੇ ਵਿੱਚ ਇਹ ਸੀ ਕਿ ਕੰਪਿਊਟਰ ਸੈਂਟਰ ਤਾਂ ਚਲਾ ਦਿੱਤਾ, ਪਰ ਇਹਦੀ ਸਰਟੀਫਿਕੇਸ਼ਨ ਕੀ ਹੋਊਗੀ ਕਿ ਬੱਚੇ ਸਾਡੇ ਕੋਲੇ ਟਾਈਮ ਲਾ ਕੇ ਜਾਂਦੇ ਆ, ਪਰ ਜੇਕਰ ਉਹਨਾਂ ਨੂੰ ਕੋਈ ਸਰਟੀਫਿਕੇਟ ਹੀ ਅਸੀਂ ਚੰਗਾ ਨਾ ਦਿੱਤਾ ਜਿਹੜਾ ਕਿ ਵਰਲਡ ਵਾਈਡ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਲਾਗੂ ਹੋਵੇ ਘੱਟੋ ਘੱਟ, ਕਿ ਉਦੋਂ ਦੀ ਜੇ ਸਰਟੀਫਿਕੇਸ਼ਨ ਦੀ ਜੇ ਅਥੈਂਟੀਕੇਸ਼ਨ ਜੇ ਚੈੱਕ ਕਰਨੀ ਹੋਵੇ ਤਾਂ ਉਹ ਘੱਟੋ ਘੱਟ ਆਨਲਾਈਨ ਬੋਲਣੀ ਚਾਹੀਦੀ ਆ। ਜੇ ਉਹ ਸਰਕਾਰ ਕੋਲੇ ਕਿਸੇ ਪੋਸਟ ਦੇ ਉੱਪਰ ਅਪਲਾਈ ਕਰਦੇ ਨੇ ਤਾਂ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਜਦੋਂ ਚੈੱਕ ਕਰਦੀ ਹੈ ਸਰਟੀਫਿਕੇਟ ਵੀ ਇਹਨਾਂ ਨੇ ਕਿੱਥੇ ਕੀਤਾ, ਤੇ ਉਹ ਕਿਤੇ ਜਾਲੀ ਜਿਹਾ ਕੰਮ ਜਿਹੜਾ ਹੈਗਾ ਉਹ ਨਾ ਹੋਵੇ। ਅਸੀਂ ਐਸੀ ਭਾਲ ਦੇ ਵਿੱਚ ਸੀ, ਅਸੀਂ ਖੁਦ ਕੁਝ ਸਰਟੀਫਿਕੇਸ਼ਨ ਲੈਣ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਉਸੇ ਸਮੇਂ ਸਾਡਾ ਜਿਹੜਾ ਸੰਪਰਕ ਸੀ ਉਹ DITRP ਲੋਕਲ ਫਰੀਦਕੋਟ ਨੂੰ ਜੋ ਦੇਖ ਰਹੇ ਨੇ ਗੁਰਜੀਤ ਸਿੰਘ ਢਿੱਲੋਂ, ਇਹਨਾਂ ਦੇ ਨਾਲ ਹੋਇਆ। ਇਹਨਾਂ ਨੇ DITRP ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ, ਸਾਨੂੰ ਇਹਦੇ ਬਾਰੇ ਸਾਰਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਇਹ IT ਕੰਪਨੀ ਹੈ ਜਿਹੜੀ ਇਹਦੇ ਕੋਲੇ ਜ਼ਰੂਰੀ ਜਿੰਨੀਆਂ ਵੀ ਸਰਟੀਫਿਕੇਸ਼ਨਸ ਨੇ ਉਹ ਸਾਰੀਆਂ ਇਹਨਾਂ ਦੇ ਕੋਲੇ ਆਲਰੇਡੀ ਅਵੇਲੇਬਲ ਨੇ, ਚੰਗੇ ਕੋਰਸਿਸ ਅਵੇਲੇਬਲ ਨੇ, ਔਰ ਇੰਡੀਆ ਹੀ ਨਹੀਂ ਇਹ ਵਰਲਡ ਵਾਈਡ ਇਹਨਾਂ ਦੇ ਜਿਹੜੇ ਸਰਟੀਫਿਕੇਟ ਕੋਰਸਿਸ ਨੇ ਉਹ ਚੱਲਦੇ ਨੇ, ਉਹ ਵੈਲਿਡ ਨੇ, ਉਹ ਪ੍ਰਮਾਣਿਤ ਨੇ। ਸੋ ਇਹ ਸਾਡੇ ਲਈ ਖੁਸ਼ੀ ਦੀ ਗੱਲ ਸੀ ਕਿ ਜਿਹੜੇ DITRP ਦੇ ਡਾਇਰੈਕਟਰ ਸਾਡੇ ਵਿੱਚ ਅੱਜ ਬੈਠੇ ਨੇ ਅਮਜਦ ਜੀ ਸਾਠੀ ਜੀ, ਉਹਨਾਂ ਨੇ ਬੜੀ ਖੁਸ਼ੀ ਸਾਡਾ ਕੰਮ ਦੇਖਦੇ ਹੋਏ ਬੜੀ ਖੁਸ਼ੀ ਸਾਨੂੰ ਆਪਣੀ ਸਰਟੀਫਿਕੇਸ਼ਨ ਫ੍ਰੀ ਆਫ ਕਾਸਟ ਜਿਹੜੀ ਸੀਗੀ ਉਹ ਦਿੱਤੀ, ਕਿਉਂਕਿ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਕੰਪਿਊਟਰ ਦੀ ਦੇ ਰਹੇ ਆ ਤਾਂ ਇਹਨਾਂ ਨੇ ਵੀ ਬੜੀ ਖੁਸ਼ੀ ਆਪਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਸਰਟੀਫਿਕੇਸ਼ਨ ਆ ਉਹ ਦਿੱਤੀ ਆ, ਕੋਈ ਪੈਸਾ ਇਹਨਾਂ ਨੇ, ਔਰ ਆਪਾਂ ਇਹਨਾਂ ਦੀ ਇੱਕ ਤਰੀਕੇ ਨਾਲ ਆਪਾਂ ਇੱਕ ਇਹਨਾਂ ਦਾ ਅੰਗ ਬਣ ਕੇ ਇੱਥੇ ਵਿਚਰ ਰਹੇ ਆ। ਸੋ ਅਸੀਂ ਅਮਜਦ ਜੀ ਸਾਠੀ ਜੀ ਦੇ ਬਹੁਤ ਧੰਨਵਾਦੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਅੰਕਲ ਜੀ ਮਲਕੀਤ ਸਿੰਘ ਕੰਗ, ਉਹ ਸਰਦਾਰ ਮਲਕੀਤ ਸਿੰਘ ਕੰਗ, ਉਹ ਇੱਥੇ ਬੈਠੇ ਹੋਏ ਨੇ। ਮੈਂ ਭਾਈ ਜੀ ਨੇ ਕਿਹਾ ਸੀ ਕਿ ਫਿਊਚਰ ਬਾਰੇ ਥੋੜਾ ਜਿਹਾ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ। ਸੋ ਜਿਵੇਂ ਕਿ ਅਸੀਂ ਪਿਛਲੇ ਸਮੇਂ ਦੌਰਾਨ ਇੱਕ ਲੋੜਵੰਦ ਪਰਿਵਾਰ ਸੀ, ਸਾਨੂੰ ਬਾਈ ਜੀ ਮਿਲਿਆ, ਲੋੜਵੰਦ ਪਰਿਵਾਰ ਸੀ, ਅਸੀਂ ਉਹਦੇ ਘਰ ਗਏ ਤਾਂ ਉਹ ਪਿਛਲੇ 1.5 ਸਾਲ ਤੋਂ ਮੰਜੇ ਦੇ ਉੱਪਰ ਸੀ, ਐਕਸੀਡੈਂਟ ਹੋਇਆ ਸੀਗਾ, ਮੰਜੇ ਦੇ ਉੱਪਰ ਸੀ। ਅਸੀਂ ਉਹਦੇ ਇਲਾਜ ਵਾਸਤੇ 1 ਲੱਖ ਰੁਪਏ ਦੀ ਸਹਾਇਤਾ ਜਿਹੜੀ ਸੀ ਉਹ ਦਿੱਤੀ ਸੀ। ਉਸ ਤੋਂ ਬਿਨਾਂ ਉਹਨੂੰ ਦੁਕਾਨਾਂ ਸੀ, ਉਹਦਾ ਘਰ, ਕਿਉਂਕਿ ਜਿਹੜੇ ਪਿੰਡ ਦੀ ਆਪਾਂ ਜਿਹਨੂੰ ਕਹਿ ਲਈਏ ਸਰਕੂਲਰ ਰੋਡ ਫਿਰਨੀ ਕਹਿ ਦਿੰਦੇ ਆਪਾਂ, ਫਿਰਨੀ ਦੇ ਉੱਪਰ ਉਹਨਾਂ ਦਾ ਘਰ ਸੀ। ਤਾਂ ਅਸੀਂ ਉਹਨੂੰ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ 2 ਦੁਕਾਨਾਂ ਬਣਾ ਕੇ ਦੇ ਦਿੱਤੀਆਂ ਜਾਣ ਤਾਂ ਕਿ ਇਹਨਾਂ ਦਾ ਘਰੇ ਬੈਠਾ ਦਾ ਘੱਟੋ ਘੱਟ ਕਿਰਾਏ ਦੇ ਨਾਲ ਹੀ ਕੰਮ ਸ਼ੁਰੂ ਹੋ ਜਾਵੇ। ਸੋ ਇਹਦਾ ਉਸ ਪਰਿਵਾਰ ਨਾਲ ਨੇੜਤਾ ਹੋਈ, ਪਰਿਵਾਰ ਕੋਲੇ ਗਏ ਤੇ ਉਹ ਪਰਿਵਾਰ ਕਹਿਣ ਲੱਗਾ ਕਿ ਉਹਨਾਂ ਦੇ ਬੱਚੇ ਬੜੇ ਇੰਟੈਲੀਜੈਂਟ, ਉਹਨਾਂ ਦੇ ਮਤਲਬ ਜਿੱਥੋਂ ਗੱਲ ਨਿਕਲਦੀ ਹੈਗੀ ਬੱਚੇ ਬੜੇ ਇੰਟੈਲੀਜੈਂਟ, ਤੇ ਗੁੜੀਆ ਜਿਹੜੀ ਸੀ ਉਹ +2 ਦੇ ਵਿੱਚ ਪੜ੍ਹ ਰਹੀ ਸੀ ਉਸ ਟਾਈਮ ਤੇ। ਅਸੀਂ ਉਹਦਾ ਦੇਖਿਆ, ਪਿਛਲਾ ਰਿਕਾਰਡ ਦੇਖਿਆ ਬੱਚੀ ਦਾ, ਬਹੁਤ ਵਧੀਆ ਬੱਚੀ ਦਾ ਰਿਕਾਰਡ ਸੀ। ਤੇ ਉਹ ਮੈਨੂੰ ਜਿਹੜਾ ਪਰਿਵਾਰ ਦਾ ਮੁਖੀ ਸੀ ਉਹ ਕਹਿੰਦਾ ਭਾਜੀ ਕਹਿੰਦਾ ਵੀ ਜੇ ਤੁਸੀਂ ਇੱਕ ਕਿਰਪਾ ਕਰ ਦਿਓ, ਮੇਰੀ ਬੱਚੀ ਹੈ ਜਿਹੜੀ ਮੇਰੀ ਕੁੜੀ ਹੈ ਇਹ +2 ਤੋਂ ਬਾਅਦ IELTS ਕੋਰਸ ਕਰਨਾ ਚਾਹੁੰਦੀ ਹੈ। ਮੈਂ ਕਿਹਾ ਦੇਖ ਵੀ ਤੇਰਾ ਆਪਦਾ ਇਲਾਜ ਦੇ ਵਿੱਚ ਬੜੀ ਮੁਸ਼ਕਲ ਨਾਲ ਤੂੰ ਇਲਾਜ ਕਰਵਾਇਆ, ਆਪਦਾ ਘਰ ਦਾ ਬੜਾ ਔਖਾ ਹੋਇਆ ਤੇਰਾ, ਫਿਰ ਅਸੀਂ IELTS ਕਰਵਾ ਕੇ, IELTS ਦਾ ਮਤਲਬ ਇਹ ਹੈ ਕਿ IELTS ਕਰਨ ਤੋਂ ਬਾਅਦ ਬੱਚੇ ਨੇ ਬਾਹਰ ਪੜ੍ਹਨ ਜਾਣਾ ਹੁੰਦਾ। ਤੇ ਮੈਂ ਕਿਹਾ ਵੀ ਤੇਰਾ ਤਾਂ ਘਰ ਦਾ ਬੜਾ ਔਖਾ ਚੱਲ ਰਿਹਾ ਹੈਗਾ ਤੇ ਇਹ ਪੜ੍ਹ ਕੇ ਮਤਲਬ IELTS ਕਰਕੇ ਤੇ ਬਾਹਰ ਜਾਣ ਲਈ ਤੂੰ ਖਰਚਾ ਇੰਨਾ ਕਿਵੇਂ ਕਰੇਗਾ, ਘੱਟੋ ਘੱਟ 20-25 ਲੱਖ ਰੁਪਏ ਤੱਕ ਨੂੰ ਖਰਚਾ ਚਾਹੀਦਾ ਹੈਗਾ ਇਹਦੇ ਵਾਸਤੇ, ਪੜ੍ਹਾਈ ਵਾਸਤੇ।
ਤੇ ਉਹ ਕਹਿੰਦਾ ਵੀ ਕਈ ਵਾਰੀ ਕੋਈ ਰਿਸ਼ਤਾ ਹੋ ਜਾਂਦਾ ਹੈਗਾ, ਕਹਿੰਦਾ ਚੰਗਾ ਕੋਈ ਰਿਸ਼ਤਾ ਹੋ ਜਾਂਦਾ। ਚਲੋ ਅਸੀਂ ਹਾਫ ਫੀਸ ਸੀਗੀ ਜਿਹੜੀ ਉਹਦੀ ਪੇ ਕੀਤੀ, ਹਾਫ ਉਹਨਾਂ ਨੇ ਲਈ। ਤੇ ਜਦੋਂ ਅਸੀਂ ਉਹ ਚਲਾਇਆ, ਜਦੋਂ ਅਸੀਂ ਉਹਨਾਂ ਦੇ ਭਰਵਾਇਆ, ਪੇਪਰ ਭਰਵਾਉਣ ਤੋਂ ਬਾਅਦ 6.5 ਬੈਂਡ ਉਸ ਬੱਚੀ ਦੇ ਆ ਗਏ। 6.5 ਬੈਂਡ ਆਏ ਬੱਚੀ ਦੇ। 6.5 ਬੈਂਡ ਦੇ ਆਉਣ ਤੋਂ ਬਾਅਦ ਉਹਦੀ ਇੱਥੇ ਆਪਣੇ ਫਰੀਦਕੋਟ ਦੇ ਨੇੜੇ ਹੀ ਚੰਗਾ ਪਰਿਵਾਰ ਇੱਕ ਮਿਲ ਗਿਆ, ਤੇ ਉਹ ਚੰਗਾ ਪਰਿਵਾਰ ਮਿਲਣ ਦੇ ਨਾਲ ਉਹ ਬੱਚੀ ਹੈ ਜਿਹੜੀ ਉਹਦਾ ਉਸ ਘਰ ਵਿੱਚ ਮੈਰਿਜ ਹੋ ਗਈ, ਤੇ ਉਹ ਹੁਣ ਬਾਹਰ ਜਾਣ ਦਾ ਜਿਹੜਾ ਹੈਗਾ ਉਹਦਾ ਸੁਪਨਾ ਸੀਗਾ ਜਿਹੜਾ ਉਹ ਵੀ ਪੂਰਾ ਹੋ ਗਿਆ। ਸੋ ਅਸੀਂ ਕੋਸ਼ਿਸ਼ ਕੀਤੀ, ਅੰਕਲ ਜੀ ਸਰਦਾਰ ਮਲਕੀਤ ਸਿੰਘ ਕੰਗ ਮਿਲੇ, ਇਹਨਾਂ ਨੇ ਕਿਹਾ ਕਿ ਮੇਰੇ ਕੋਲੇ ਜਗ੍ਹਾ ਪਈ ਹੈ, ਜੇ ਤੁਸੀਂ ਚਾਹੁੰਦੇ ਹੋ ਤਾਂ ਕੋਈ ਕੰਮ ਇੱਥੇ ਸ਼ੁਰੂ ਕਰ ਲਓ। ਤਾਂ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਸ ਜਗ੍ਹਾ ਦੇ ਉੱਪਰ ਲੜਕੀਆਂ ਵਾਸਤੇ ਇੱਕ ਫ੍ਰੀ ਆਇਲਸ ਸੈਂਟਰ ਹੈ ਜਿਹੜਾ ਉਹ ਚਲਵਾ ਦਈਏ। ਨਾਲ ਸਟੱਡੀ ਵੀਜ਼ਾ ਦਾ ਜਿਹੜਾ ਹੈਗਾ ਉਹ ਵੀ ਅਸੀਂ ਫ੍ਰੀ ਆਫ ਕਾਸਟ ਹੀ ਉਹ ਕਰਾਂਗੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਸ ਹੈ ਕਿ ਜਨਵਰੀ ਦੇ ਪਹਿਲੇ 1 ਜਨਵਰੀ ਤੋਂ ਜਿਹੜਾ ਹੈਗਾ ਉਹ ਆਇਲਸ ਸੈਂਟਰ ਹੈ ਜਿਹੜਾ ਉਹ ਸ਼ੁਰੂ ਕਰ ਦਿਆਂਗੇ ਅਸੀਂ। ਸਿਰਫ ਆਇਲਸ ਹੀ ਨਹੀਂ, ਸਾਡਾ ਜਿਹੜਾ ਗੋਲ ਹੈ ਉਹ ਹੋਰ ਹੈ ਥੋੜਾ ਜਿਹਾ, ਕਿਉਂਕਿ ਆਮ ਤੌਰ ਤੇ ਬੱਚੇ ਜਦੋਂ ਆਇਲਸ ਕਰਦੇ ਹੈਗੇ ਆ ਤਾਂ ਉਹ ਸਰਮਾਇਆ ਲੈ ਕੇ, ਪੰਜਾਬ ਦਾ ਸਰਮਾਇਆ ਦੇਖੋ, ਅੱਜ ਦੇ ਪ੍ਰਵਾਸ ਤੇ ਪਹਿਲੇ ਪ੍ਰਵਾਸ ਵਿੱਚ ਇੱਕ ਫਰਕ ਸੀ। ਪਹਿਲਾ ਪ੍ਰਵਾਸ ਸੀ ਸਾਡੇ ਬੰਦੇ ਉੱਧਰ ਜਾਂਦੇ ਸੀ, ਉੱਧਰ ਪੈਸਾ ਕਮਾਉਂਦੇ ਸੀ, ਆਣ ਕੇ ਇੱਧਰ ਜ਼ਮੀਨਾਂ ਖਰੀਦਦੇ ਸੀ ਜਾਂ ਇੱਧਰ ਪੈਸਾ ਲਾਉਂਦੇ ਸੀਗੇ ਉਹ। ਪਰ ਹੁਣ ਉਲਟ ਹੋ ਰਿਹਾ ਹੈਗਾ, ਹੁਣ ਸਾਡੇ ਪੰਜਾਬ ਦਾ ਸਰਮਾਇਆ ਉੱਧਰ ਜਾ ਰਿਹਾ ਹੈਗਾ। ਸਾਨੂੰ ਫੀਸਾਂ 25-25 ਲੱਖ ਰੁਪਇਆ 6 ਮਹੀਨੇ ਦੀ ਫੀਸ ਹੁੰਦੀ ਹੈ, ਸਾਨੂੰ ਉੱਧਰ ਦੇਣੀਆਂ ਪੈਂਦੀਆਂ ਨੇ। ਸਾਡੇ ਬੱਚਿਆਂ ਨੂੰ ਗਾਈਡ ਨਹੀਂ ਕੀਤਾ ਜਾਂਦਾ ਕਿ ਦੁਨੀਆ ਦੇ ਵਿੱਚ ਐਸੇ ਵੀ ਦੇਸ਼ ਹੈਗੇ ਆ ਜਿੱਥੋਂ ਦੀ ਐਜੂਕੇਸ਼ਨ ਆ ਜਿਹੜੀ ਉਹ ਵਰਲਡ ਲੈਵਲ ਦੀ ਐਜੂਕੇਸ਼ਨ, ਵਧੀਆ ਐਜੂਕੇਸ਼ਨ ਆ ਔਰ ਫ੍ਰੀ ਆਫ ਕਾਸਟ ਐਜੂਕੇਸ਼ਨ ਮਿਲਦੀ ਹੈਗੀ ਆ। ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹੈਗਾ ਕਿ ਜਿਵੇਂ ਜਰਮਨ ਹੈ, ਜਰਮਨ ਦੇ ਵਿੱਚ ਜੇਕਰ ਅਸੀਂ ਪੜ੍ਹਨ ਲਈ ਜਾਈਏ, ਜਰਮਨ ਦੇ ਵਿੱਚ ਅੱਜ ਨਰਸਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ। ਜਰਮਨ ਦੀ ਜਿਹੜੀ ਮਕੈਨੀਕਲ ਇੰਜੀਨੀਅਰਿੰਗ ਆ ਉਹ ਵਰਲਡ ਲੈਵਲ ਦੀ ਆ, ਸਿਰੇ ਦੀ ਹੈਗੀ ਆ। ਔਰ ਜਰਮਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ 95% ਸਕਾਲਰਸ਼ਿਪ ਆ। ਪਰ ਸਾਡੇ ਬੱਚਿਆਂ ਦਾ ਮੁਹਾਨ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਸੀਗਾ। ਇਸੇ ਤਰੀਕੇ ਨਾਲ ਜੇ ਅਸੀਂ ਕਿਊਬਾ ਦੇ ਵਿੱਚ ਜਾਈਏ ਤਾਂ ਮੈਡੀਕਲ ਦੀ ਪੜ੍ਹਾਈ ਬਹੁਤ ਹਾਈ ਲੈਵਲ ਦੀ ਪੜ੍ਹਾਈ ਹੈ। ਇਸੇ ਤਰੀਕੇ ਨਾਲ ਡੈਨਮਾਰਕ ਦੇ ਵਿੱਚ ਜਾਈਏ ਤਾਂ ਡੈਨਮਾਰਕ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਟੋਟਲੀ ਫ੍ਰੀ ਹੈ। ਪਰ ਪ੍ਰੋਬਲਮ ਕੀ ਆ, ਸਾਡੇ ਬੱਚੇ ਇੱਕ ਤਾਂ ਉਹਨਾਂ ਦਾ ਅਲਟੀਮੇਟ ਗੋਲ ਕੈਨੇਡਾ ਜਾਣਾ, ਜਿਹੜੀ ਮਰਜ਼ੀ ਪੜ੍ਹਾਈ ਕਰ ਲਓ ਤੇ ਅੱਗੇ ਟਰੱਕ ਚਲਾਉਣਾ ਰਹਿ ਜਾਂਦਾ ਹੈ। ਇਸ ਤੋਂ ਅੱਗੇ ਦੀ ਗੱਲ ਜਿਹੜੀ ਹੈਗੀ ਆਪਣੇ ਆਪਾਂ ਸੋਚਦੇ ਹੀ ਨਹੀਂ ਕਿ ਉੱਥੇ ਜਾ ਕੇ PR ਹੋ ਕੇ ਮੁੜ ਕੇ ਟਰੱਕ ਚਲਾਵਾਂਗੇ ਜਾਂ ਉਬਰ ਚਲਾਵਾਂਗੇ, ਇਹੀ ਸਾਡਾ ਗੋਲ ਹੁੰਦਾ। ਪਰ ਇਸ ਦੇ ਮੁਕਾਬਲੇ ਤੇ ਸਾਡੇ ਕੋਲ ਇਹੋ ਜਿਹੀਆਂ ਪੜ੍ਹਾਈਆਂ, ਇਹੋ ਜਿਹੇ ਮੁਲਕ ਪਏ ਹੈਗੇ ਆ ਜਿੱਥੇ ਜਾ ਕੇ ਤੁਸੀਂ ਕਦੇ ਵੀ ਭੁੱਖੇ ਨਹੀਂ ਬਣੋਗੇ ਔਰ ਤੁਹਾਡਾ ਜਿਹੜਾ ਫਿਊਚਰ ਹੈਗਾ ਉਹ ਸਿਕਿਉਰ ਹੋਊਗਾ। ਅਸੀਂ ਸਿਰਫ ਆਇਲਸ ਦੇ ਉੱਪਰ ਹੀ ਉੱਥੇ ਖੜਨਾ ਨਹੀਂ ਚਾਹੁੰਦੇ। ਅਸੀਂ ਉਹਨਾਂ ਆਇਲਸ ਵਾਲੇ ਬੱਚਿਆਂ ਦੇ ਵਿੱਚੋਂ ਅਸੀਂ ਉਹਨਾਂ ਨੂੰ ਫ੍ਰੈਂਚ, ਜਰਮਨ, ਸਪੈਨਿਸ਼ ਹੌਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੀਆਂ ਲੈਂਗੁਏਜ ਆ ਜਿਹੜੀਆਂ ਉਹ ਫਰੀਦਕੋਟ ਦੇ ਵਿੱਚ ਅਵੇਲੇਬਲ ਹੋਣ। ਪਹਿਲਾਂ ਅਸੀਂ ਬੱਚਿਆਂ ਦੇ ਵਿੱਚੋਂ ਚੰਗੇ ਬੱਚੇ ਜੇ ਸਾਨੂੰ ਮਿਲਣਗੇ, ਉਹਨਾਂ ਬੱਚਿਆਂ ਦੇ ਵਿੱਚੋਂ ਖੁਦ ਅਸੀਂ ਉਹਨਾਂ ਨੂੰ ਸਪਾਂਸਰ ਕਰਕੇ ਉਹਨਾਂ ਨੂੰ ਇਹ ਲੈਂਗੁਏਜ ਸਿੱਖਣ ਲਈ ਚੰਡੀਗੜ੍ਹ ਵਗੈਰਾ ਜਾਂ ਜਿੱਥੇ ਵੀ ਉਹਨਾਂ ਨੂੰ ਭੇਜਣਾ ਪਿਆ ਉੱਥੇ ਭੇਜਾਂਗੇ। ਉਸ ਤੋਂ ਬਾਅਦ ਉਹ ਆਣ ਕੇ ਫਰੀਦਕੋਟ ਉਹਨਾਂ ਨਾਲ ਸਾਡਾ ਐਗਰੀਮੈਂਟ ਹੋਊਗਾ ਕਿ ਇੰਨਾ ਸਮਾਂ ਸਾਡੇ ਨਾਲ ਤੁਹਾਨੂੰ ਕੰਮ ਕਰਨਾ ਪਊਗਾ, ਅਸੀਂ ਤੁਹਾਨੂੰ ਤਨਖਾਹ ਵੀ ਦੇਵਾਂਗੇ ਪਰ ਕੰਮ ਸਾਡੇ ਨਾਲ ਕਰਨਾ ਪਊਗਾ। ਔਰ ਉਹ ਬੱਚੇ ਇੱਥੇ ਜਿਹੜਾ ਹੈਗਾ ਕਿ ਉਹ ਸਕੂਲ ਆ ਜਿਹੜਾ ਮਤਲਬ ਇੱਕ ਲੈਂਗੁਏਜ ਸਕੂਲ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ। ਪਰ ਸਾਡੀ ਜਿਹੜੀ ਪਹਿਲ ਆ ਉਹ ਆਇਲਸ ਦੇ ਉੱਤੇ ਸ਼ੁਰੂ ਕਰਾਂਗੇ। ਔਰ ਤੁਹਾਡੇ ਵਰਗੇ ਬੱਚਿਆਂ ਨੂੰ ਇਹ ਦੱਸਣਾ ਕਿ ਸਿਰਫ ਕੈਨੇਡਾ ਅਮਰੀਕਾ ਦੇ ਵਿੱਚ ਪੜ੍ਹਾਈ ਲੈ ਕੇ ਉੱਥੇ PR ਲੈ ਕੇ ਉੱਥੇ ਡਰਾਈਵਰੀ ਜਾਂ ਹੋਰ ਆਪਾਂ ਕੰਮ ਨਹੀਂ ਕਰਨੇਗੇ। ਆਪਾਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਕਿ ਸਾਡੀ ਵੈਲਿਊ ਹੈ ਸਾਡੀ ਐਜੂਕੇਸ਼ਨ ਦੀ ਉਹ ਵੀ ਸਾਡੀ ਪੈਣੀ ਹੈਗੀ ਆ, ਉੱਥੇ ਆਪਾਂ ਇਹ ਜਾਣਾ ਹੈਗਾ। ਇਸ ਦੇ ਨਾਲ ਹੀ ਸਾਡਾ ਇੱਕ ਹੋਰ ਜਿਹੜਾ ਡ੍ਰੀਮ ਪ੍ਰੋਜੈਕਟ ਹੈਗਾ ਉਹ ਕਿ ਸਾਡੇ ਕੋਲੇ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਨੂੰ ਅਸੀਂ ਮਹੀਨਾਵਾਰ ਮੈਡੀਸਨ ਦੇ ਵਿੱਚ ਮਦਦ ਕਰਦੇ ਹਾਂ। ਅਸੀਂ ਜਾਣਦੇ ਹਾਂ ਇੱਥੇ ਸਾਡੇ ਕੋਲੇ ਵੀ ਕੁਝ ਮਰੀਜ਼ਾਂ ਦੇ ਜਿਹੜੇ ਹੈਗੇ ਆ ਉਹ ਆਏ ਹੋਏ ਨੇ, ਉਹਨਾਂ ਦੇ ਵਾਰਸ ਉਹ ਕਾਫੀ ਲੰਬੇ ਸਮੇਂ ਤੋਂ ਮੰਜੇ ਦੇ ਉੱਤੇ ਪਏ ਨੇ। ਮੰਜੇ ਦੇ ਉੱਤੇ ਪਿਆਂ ਦੇ ਉਹਨਾਂ ਨੂੰ ਹੌਲੀ ਉਹਨਾਂ ਦੇ ਲਾਗੇ ਲੱਗ ਜਾਂਦੇ ਨੇ ਕਿਉਂਕਿ ਸਾਂਭ ਸੰਭਾਲ ਨਹੀਂ ਹੁੰਦੀ, ਉਹਨਾਂ ਨੂੰ ਲਾਗੇ ਲੱਗ ਜਾਂਦੇ ਨੇ, ਜ਼ਖਮ ਹੋ ਜਾਂਦੇ ਨੇ, ਬੜੀ ਬੁਰੀ ਹਾਲਤ ਹੋ ਜਾਂਦੀ ਹੈ। ਸਾਡਾ ਇਹ ਇੱਕ ਸੋਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਦੇ ਵਿੱਚ ਅਸੀਂ ਇੱਕ ਐਸਾ ਸੈਂਟਰ ਸ਼ੁਰੂ ਕਰੀਏ ਜਿੱਥੇ ਉਹਨਾਂ ਮਰੀਜ਼ਾਂ ਦੀ ਸਾਂਭ ਸੰਭਾਲ ਕੀਤੀ ਜਾਵੇ, ਉਹਨਾਂ ਦੇ ਉਹ ਲਾਗੇ ਆ ਜਿਹੜੇ ਉਹ ਜ਼ਖਮ ਆ ਜਿਹੜੇ ਉਹ ਸੈੱਟ ਕਰਕੇ ਉਹਨਾਂ ਨੂੰ ਜਾਣ ਲੱਗਿਆਂ ਨੂੰ ਇੱਕ ਵਧੀਆ ਵੀਲ ਚੇਅਰ, ਆਟੋਮੈਟਿਕ ਵੀਲ ਚੇਅਰ ਦਿੱਤੀ ਜਾਵੇ
ਜਿਹਦੇ ਨਾਲ ਉਹ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦਾ ਉਹਨਾਂ ਦਾ ਜਿਹੜਾ ਹੈਗਾ ਉਹ ਆਪਣੀ ਡੇਲੀ ਲਾਈਫ ਦੇ ਵਿੱਚ ਕੁਛ ਨਾ ਕੁਛ ਹੈ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਸਕਣ। ਇਹ ਸਾਡਾ ਡ੍ਰੀਮ ਪ੍ਰੋਜੈਕਟ ਆ। ਪਰਮਾਤਮਾ ਮਿਹਰ ਕਰੇ, ਤੁਸੀਂ ਅਰਦਾਸ ਕਰੋ ਇਸ ਗੱਲ ਦੀ ਸੋ ਬਹੁਤ ਸਾਰੀਆਂ ਗੱਲਾਂ ਨੇ, ਬੜਾ ਕੁਛ ਹੈ ਕਰਨ ਵਾਸਤੇ। ਆਲੇ ਦੁਆਲੇ ਜਦੋਂ ਦੇਖਦੇ ਹਾਂ ਬੜਾ ਕੁਛ ਹੈ, ਪਰ ਨਾਲ ਨਾਲ ਇਹ ਅਸੀਂ ਸਿਰਫ ਸਾਡਾ ਇਹ ਨਹੀਂਗਾ ਕਿ ਅਸੀਂ ਫ੍ਰੀ ਦੇ ਕੇ ਜਾਂ ਉਹਨਾਂ ਨੂੰ ਇੱਕ ਰੋਕ ਦਈਏ, ਇੱਕ ਥਾਂ ਤੇ ਰੱਖ ਦਈਏ ਉਹਨਾਂ ਨੂੰ। ਸਾਡੀ ਕੋਸ਼ਿਸ਼ ਨਾਲ ਨਾਲ ਇਹ ਰਹਿੰਦੀ ਹੈ ਕਿ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ, ਬੱਚੇ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ। ਸੋ ਇਸ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਜਲਦੀ ਹੀ DITRP ਦੇ ਵੀ, ਜਿਵੇਂ ਗੁਰਜੀਤ ਹੋਣਾ ਨੇ ਇੱਕ ਸਾਨੂੰ ਪਲੇਸਮੈਂਟ ਸੈੱਲ ਦੇ ਵੀ ਕਿਹਾ ਹੈਗਾ ਕਿ ਜਿਹੜੀਆਂ ਪ੍ਰਾਈਵੇਟ ਜੌਬਸ ਨੇ ਜਿਵੇਂ ਹੁੰਦੀਆਂ ਫਰੀਦਕੋਟ ਦੇ ਵਿੱਚ, ਇਸ ਤਰ੍ਹਾਂ FXN ਸਾਡੇ ਨਾਲ ਇੱਕ ਲੁਧਿਆਣੇ ਤੋਂ ਸੰਸਥਾ ਹੈ, ਇੱਕ ਪਲੇਸਮੈਂਟ ਕੰਪਨੀ ਹੈ ਜਿਹੜੀ ਫ੍ਰੀ ਆਫ ਕਾਸਟ ਜੇ ਕੋਈ ਚੰਗਾ ਵਿਦਿਆਰਥੀ ਸਾਡੇ ਕੋਲੇ ਆਉਂਦੇ ਆ ਤੇ ਉਹਨਾਂ ਨੂੰ ਨੌਕਰੀ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਦੇ ਵਿੱਚ ਲੈ ਕੇ ਜਾਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਆਪਣਾ ਕਾਫਲਾ ਜਿਹੜਾ ਹੈਗਾ ਉਹ ਚੱਲਦਾ ਰਹੂਗਾ, ਸਾਡੀ ਕੋਸ਼ਿਸ਼ ਹੋਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਜਿਹੜੇ ਹੈਗੇ ਉਹ ਕੰਮ ਤੁਹਾਡੇ ਨਾਲ ਲੈ ਕੇ ਆਵਾਂਗੇ। ਸੋ ਤੁਸੀਂ ਅੱਜ ਸਾਡੇ ਕੋਲ ਇੱਥੇ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਸਾਡੇ ਚੱਲਦੇ ਪ੍ਰੋਗਰਾਮ ਦੇ ਦਰਮਿਆਨ ਸਾਡੇ ਕੋਲ ਗੁਰਿੰਦਰ ਗੈਸ ਏਜੰਸੀ ਤੋਂ ਸਾਡੇ ਛੋਟੇ ਵੀਰ ਉਹ ਵੀ ਇੱਥੇ ਪਹੁੰਚੇ ਨੇ। ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਕੰਪਿਊਟਰ ਸੈਂਟਰ ਚੱਲ ਰਿਹਾ ਹੈਗਾ ਉਹ ਗੁਰਿੰਦਰ ਗੈਸ ਏਜੰਸੀ ਦੀ ਪਲੇਸਮੈਂਟ ਦੇ ਵਿੱਚ ਤੁਹਾਨੂੰ ਪਤਾ ਸਾਰਿਆਂ ਨੂੰ ਚੱਲ ਰਿਹਾ, ਔਰ ਇਹ ਬਿਲਕੁਲ ਫ੍ਰੀ ਆਫ ਕਾਸਟ ਸਾਨੂੰ ਇਸ ਪਰਿਵਾਰ ਵੱਲੋਂ ਆਇਆ। ਮੈਂ ਤੁਹਾਨੂੰ ਕੋਈ ਕਿਰਾਇਆ ਵਗੈਰਾ ਸਰਕਾਰ ਤੋਂ ਨਹੀਂ ਦੇ ਰਹੇ, ਔਰ ਸੇਵਾ ਜਿਹੜੀ ਹੈਗੀ ਉਹ ਪਰਿਵਾਰ ਦੇ ਨਾਲ ਰਲ ਮਿਲ ਕੇ ਕਰ ਰਹੇ ਹੈਗੇ। ਸੋ ਬਹੁਤ ਬਹੁਤ ਧੰਨਵਾਦ ਵੀਰ ਦਾ, ਔਰ ਸਾਡੇ ਸਰਦਾਰ ਗੁਰਿੰਦਰ ਸਿੰਘ ਬਾਬਾ ਜੀ ਜਿਹੜੇ ਸਾਰੇ ਕਰਤਾ ਧਰਤਾ ਨੇ ਉਹਨਾਂ ਦਾ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜੱਜ ਮੈਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਆਸ ਕਰਦਾ ਕਿ ਮੈਂ ਤਾਂ ਸੰਗਤ ਹੀ ਕਹੂੰਗਾ ਭੁੱਲਣਾ, ਸੰਗਤ ਬਖਸ਼ਣਹਾਰ ਹੁੰਦੀ ਹੈਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं बेनती करता डॉक्टर साहब ते साथी साहब ਨੂੰ ਕਿ ਸਟੇਜ ਤੇ ਆਓ ਜੀ। ਆਪਾਂ ਜਿਹੜੇ ਲੋੜਵੰਦ ਮਰੀਜ਼ਾਂ ਨੂੰ ਦਿੰਦੇ ਅੱਜ ਤੁਹਾਡੇ ਸ਼ੁਭ ਹੱਥਾਂ ਨਾਲ ਉਹਨਾਂ ਨੂੰ ਆਓ ਸਰ ਆਓ। ਫਾਊਂਡੇਸ਼ਨ ਦੇ ਅਹੁਦੇਦਾਰ ਪਲੀਜ਼ ਆਓ ਜੀ ਸਾਰੇ, ਆਓ ਸਰ ਆਓ। बेटे इधर हो, एक एक हो जाओ, एक एक। हेलो, ਸਾਡੇ ਅਸ਼ੀਸ਼ ਸਿੰਘ ਜੀ ਕੋਟਕਪੂਰਾ ਤੋਂ, ਅਸ਼ੀਸ਼ ਸਿੰਘ ਜੀ ਕੋਟਕਪੂਰਾ ਤੋਂ। कंटिन्यू ही कर लो यार, इकट्ठे ही बोल दो ना, नाम बोली चलो। शिव जी ਗੁਰਵਿੰਦਰ ਸਿੰਘ ਜੀ सारे ਸਾਲੇ चेंज कर लेंगे बाद में। ਗੁਰਵਿੰਦਰ ਸਿੰਘ ਬੀਲੇ ਵਾਲਾ ਤੋਂ, ਗੁਰਵਿੰਦਰ ਸਿੰਘ ਬੀਲੇ ਵਾਲਾ ਤੋਂ। सामने देखना थोड़ा होता है।
ਜਸਪ੍ਰੀਤ ਸਿੰਘ ਪਟਿਆਲਾ ਤੋਂ ਉਧਰ ਆਓ ਬੇਟੇ, ਉਧਰ ਇਕੱਠੇ ਬੁਲਾ ਲਓ। ਹਰਪੀ ਜੀ ਜਸਪ੍ਰੀਤ ਸਿੰਘ ਪਟਿਆਲਾ ਤੋਂ ਨੈਕਸਟ ਬੋਲ ਦਿਓ ਨਾਲ। ਜਸਕਰਨ ਸਿੰਘ ਦਾਨਾ ਰਮਾਣਾ ਤੋਂ हाँ जी सर, सामने सर, ठीक है। ਸੁਖਵਿੰਦਰ ਸਿੰਘ ਮੰਡਾਲਾ ਤੋਂ हाँ जी, सामने देखना। ਸੁਖਵਿੰਦਰ ਸਿੰਘ ਮੰਡਾਲਾ ਤੋਂ ਸੁਖਜੀਤ ਸਿੰਘ ਹਸਨ ਭੱਟੀ ਤੋਂ ਸੁਖਜੀਤ ਸਿੰਘ ਹਸਨ ਭੱਟੀ ਤੋਂ हाँ जी सर, सर प्लीज सामने। ਨਵਜੋਤ ਸਿੰਘ ਮਾਲਾ ਕਲਾ ਤੋਂ ਨਵਜੋਤ ਸਿੰਘ ਮਾਲਾ ਕਲਾ ਤੋਂ ਸਨੈਪਿੰਗ ਕਰਿਓ, ਸਨੈਪਿੰਗ ਕਰ ਲਓ। ਫਿਰ ਦੂਸਰਾ ਆਪਣੇ ਹੋਵੇ ਵੀ ਰਣਜੀਤ ਸਿੰਘ ਰਾਣਾ ਫਰੀਦਕੋਟ ਤੋਂ हाँ जी, सामने देखना सर, सर सामने देखना ही, ठीक है। ਗੁਰਦੀਪ ਸਿੰਘ ਚੰਦਬਾਜਾ ਤੋਂ ਉਹਦਾ ਰਿਵਾਜ ਆਊ। ਗੁਰਦੀਪ ਸਿੰਘ ਚੰਦਬਾਜਾ ਤੋਂ ਗੁਰਦੀਪ ਸਿੰਘ ਹਰਪੀ ਜੀ ਨੈਕਸਟ ਵੀ ਬੁਲਾ ਲਓ, ਦੂਸਰਾ ਵੀ ਲਾਓ। हाँ जी, सामने देख, बढ़िया थोड़ा है। हाँ जी, सामने देखो सर, सर सारे ओके। ਮੈਂ ਮੈਡਮ ਮਨਦੀਪ ਕੌਰ ਜੀ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਸਰਟੀਫਿਕੇਟ ਲੈ ਕੇ ਆਉਣ। नहीं लोड ही नहीं है, ਇਹਨੂੰ ਥੋੜਾ ਨੀਵਾ ਹੋ ਕੇ ਕਰ ਲਾ ਵੀਰੇ। ਭਾਈ 27 ਸਾਲ ਫੋਟੋਗ੍ਰਾਫੀ ਕੀਤੀ ਹੈ। ठीक है ਆ सर, ਤਾਂ ਕੈਮਰਾ ਤਾਂ ਸਿਰਫ ਸ਼ੌਕੀਆ ਤੌਰ ਤੇ ਸਿੱਖੀ तो जब हम ग्रुप कराएंगे ना नहीं हो गया। ਉਹ ਉੱਪਰਲਾ पूरे कारी रही सर, वो तो कवर आना नीचे। ਨੀਚੇ ਬਹਿ ਕੇ ਕਰਨਾ ਹੈ ਯਾਰ, ਤੇਰਾ ਉੱਪਰਲਾ ਸਾਰਾ ਫਿਟ। हाँ जी, नीचे कराएंगे तो सोफा पे इसी का मैंने भी 15 साल हो गए काम करते। मैं पहले बच्चे को गुजारिश करूंगा कि वो स्टेज से आके अपना सर्टिफिकेट प्राप्त। अदिति महकप्रीत कौर निर्मल सिंह डॉटर ऑफ हरमनप्रीत कौर सुमित्रा कुमारी ते मनदीप कौर।
ਮੈਡਮ ਇੱਧਰ ਫੜਾਓ ਜੀ ਸਰਟੀਫਿਕੇਟ। ਮੈਮ ਇਹਨਾਂ ਨੂੰ ਫੜਾਓ ਜੀ ਸਰਟੀਫਿਕੇਟ, ਇਹ ਅੱਗੇ ਦੇ ਦੇਣਗੇ। ਅਗਲੇ 5 ਬੱਚੇ ਹੈਗੇ ਜੀ ਅਮਨਦੀਪ ਕੌਰ, ਡਾਕਟਰ ਆਫ ਗੁਰਦੇਵ ਸਿੰਘ, ਰਮਨਦੀਪ ਕੌਰ, ਡਾਕਟਰ ਆਫ ਜੋਗਿੰਦਰ ਸਿੰਘ, इधर आ जाओ। ਮਨਜੋਤ ਕੌਰ, ਡਾਕਟਰ ਆਫ ਵਰਿੰਦਰ ਸਿੰਘ, ਪ੍ਰਿਯੰਕਾ, ਡਾਕਟਰ ਆਫ ਬਾਬੂਰਾਮ ਤੇ ਮਨਪ੍ਰੀਤ ਕੌਰ, ਡਾਕਟਰ ਆਫ ਬਲਵਿੰਦਰ ਸਿੰਘ। दो जने इधर आ जाओ, इधर आ जाओ। हाँ जी सर। हाँ फटाओ जी। गुड़िया इधर आयो, इधर ਮਨਦੀਪ 5 ਜਣੇ ਪਹਿਲੇ 5 ਜਣੇ ਜਿਨ੍ਹਾਂ ਦੇ ਮੈਂ ਪਹਿਲਾਂ ਨਾਂ ਲਏ ਸੀ ਸਰ ਉਹੀ ਜਾਣ, ਅਗਲੇ ਜਿਹੜੇ 5 ਜਣੇ ਦੇ ਨਾਂ ਲਏ ਆ ਉਹ ਥੋੜੀ ਵੇਟ ਕਰਨ। सामने देखो सर, सामने देखो। हाँ जी 1 सेकंड सामने देखो। हाँ जी ठीक है। ਹੁਣ ਮੈਂ ਅਗਲੇ 5 ਬੱਚਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਸਟੇਜ ਤੇ ਆ ਕੇ ਆਪਣੇ ਸਰਟੀਫਿਕੇਟ ਪ੍ਰਾਪਤ ਕਰਨ। ਜਿਵੇਂ ਉਹ ਜਾਂਦੇ ਚੱਕ ਅਗਲੇ 5 ਬੱਚੇ ਜਿਨ੍ਹਾਂ ਦਾ ਮੈਂ ਨਾਮ ਬੋਲਿਆ ਸੀ ਅਗਲੇ 5 ਬੱਚੇ ਹੈ ਸੋਨੀ ਕੌਰ, ਪੱਲਵੀ, ਰਾਜਵਿੰਦਰ ਕੌਰ, ਸ਼ਮਿੰਦਰ ਕੌਰ, ਮਨਜੋਤ ਕੌਰ। ਇੱਕ ਮਿੰਟ ਜਸਪ੍ਰੀਤ, ਇੱਕ ਮਿੰਟ ਸਰ ਬਾਅਦ ਚ ਚੇਂਜ ਹੋ ਜਾਣਗੇ ਜੀ। ਸਰ ਬਾਅਦ ਚ ਚੇਂਜ ਹੋ ਜਾਣਗੇ, ਆਪਾਂ ਇੱਕ ਵਾਰੀ ਇਸੇ ਤਰ੍ਹਾਂ ਦੇ ਸਰ ਦਿੰਦੇ। ਇਹ 5 ਬੱਚੇ हाँ जी आगे नो सर, सामने देख रहे हैं। हाँ जी ठीक है। ਮੈਂ ਮਲਕੀਤ ਸਿੰਘ ਕੰਗ ਅੰਕਲ ਜੀ ਅਤੇ ਬਾਈ ਰਾਜਪਾਲ ਜੀ ਨੂੰ ਗੁਜ਼ਾਰਿਸ਼ ਕਰਾਂਗਾ ਤੇ ਸਰਦਾਰ ਭਗਤ ਸਿੰਘ ਅੰਕਲ, ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਉਹ ਵੀ ਸਟੇਜ ਤੇ ਆਉਣ। ਤੇ ਸੋਨੀ ਕੌਰ, ਪੱਲਵੀ, एनु आ जाओ, इधर आ जाओ। ਰਾਜਵਿੰਦਰ ਕੌਰ, ਅੰਕਲ ਜੀ ਇੱਧਰ ਆਓ, ਆ ਜਾਓ ਜਗ੍ਹਾ ਬਣਾ ਲਓ। ਅਮਨਦੀਪ ਕੌਰ, ਅਮਨਪ੍ਰੀਤ ਕੌਰ, ਡਾਕਟਰ ਆਫ ਭੁਪਿੰਦਰ ਸਿੰਘ, ਸ਼ਮਿੰਦਰ ਕੌਰ, ਮਨੀਸ਼ਾ ਰਾਣੀ, ਡਾਕਟਰ ਆਫ ਸੰਜੇ ਕੁਮਾਰ, ਰੀਤਿਕਾ ਰਾਣੀ, ਡਾਕਟਰ ਆਫ ਸੰਦੀਪ ਕੁਮਾਰ, ਕਾਜਲ, ਡਾਕਟਰ ਆਫ ਫੂਲਚੰਦ, सामने सर, सर सामने ਮਨਦੀਪ देखो। ਕੌਰ, ਮਨਪ੍ਰੀਤ ਕੌਰ, ਡਾਕਟਰ ਆਫ ਚਮਕੌਰ। ਆਲੋ ਬੇਟਾ ਜੇ ਕਿਸੇ ਬੱਚੇ ਦਾ ਸਰਟੀਫਿਕੇਟ ਕਿਸੇ ਦੂਜੇ ਬੱਚੇ ਕੋਲ ਰਹਿ ਜਾਂਦਾ ਤਾਂ ਉਹ ਆਪਦਾ ਐਕਸਚੇਂਜ ਕਰ ਲੇ, ਜਿਨ੍ਹਾਂ ਦੇ ਮੈਂ ਨਾਮ ਬੋਲੇ ਸੀ। ਬੇਟਾ ਤੁਸੀਂ ਬਾਅਦ ਚ ਚੇਂਜ ਕਰ ਲਿਓ, ਜਿਨ੍ਹਾਂ ਦੇ ਮੈਂ ਨਾਮ ਬੋਲੇ ਆ ਇਹ ਉਹਨਾਂ ਦੇ ਸਰਟੀਫਿਕੇਟ ਹੀ ਆ। इधर आ जाओ। ਤੁਹਾਡਾ ਨਾਮ ਕੀ ਸੀ? हाँ जी मनप्रीत कौर। सामने देख सर, सामने देखो ही। हाँ जी ठीक है। ਅਗਲੇ 5 ਬੱਚੇ ਹਨ ਸੁਖਪ੍ਰੀਤ ਕੌਰ, ਡਾਕਟਰ ਆਫ ਹਰਜਿੰਦਰ ਸਿੰਘ, ਜਗਜੀਤ ਕੌਰ, ਡਾਕਟਰ ਆਫ ਜਸਵਿੰਦਰ ਸਿੰਘ, थोड़ा एनु है, थोड़ा एनु, ਰਿਤਿਕਾ, थोड़ा एनु। रत्ना देवी, डॉक्टर ऑफ लेट शेर सिंह, स्टैंड काजल रानी, डॉक्टर ऑफ कुमार सिंह। पीछे खड़ा हो।
गुड़िया 2 मिनट ਜਿਨ੍ਹਾਂ ਬੱਚਿਆਂ ਦੇ ਮੈਂ ਨਾਮ ਲਏ ਹਨ ਉਹ ਸਟੇਜ ਤੇ ਆਉਣ। हाँ करके जाओ जी। ਅਗਲੇ ਬੱਚੇ ਅਰਸ਼ਦੀਪ ਕੌਰ ਡਾਟਰ ਆਫ ਗੋਪੀ ਸਿੰਘ। हाँ जी थोड़ा ऐड हो जाइए। हाँ जी सामने देखना ही सामने ठीक है। ਅਲਕਾ ਅਰਸ਼ਪ੍ਰੀਤ ਕੌਰ ਰਮਨਦੀਪ ਕੌਰ ਡਾਟਰ ਆਫ ਬਾਬੂ ਸਿੰਘ। ਮਨਪ੍ਰੀਤ ਕੌਰ ਡਾਟਰ ਆਫ ਸੁਖਚੈਨ ਸਿੰਘ। ਰਾਜਵਿੰਦਰ ਕੌਰ ਵਾਈਫ ਆਫ ਤੇਜਿੰਦਰ ਸਿੰਘ। ਇਹ ਬੱਚੇ ਜਲਦੀ ਤੋਂ ਜਲਦੀ ਸਟੇਜ ਤੇ ਆਉਣ। हाँ जी ਅਗਲੇ 5 ਬੱਚੇ ਸੁਖਦੀਪ ਕੌਰ सामने देखना। ਦੀਪਕ ਕੁਮਾਰ ਹਰਗੁਰਲੀਨ ਕੌਰ सर सामने देखना। ਗੁਰਮਹਿਕਪ੍ਰੀਤ ਕੌਰ सामने ਏਕਤਾ ਰਾਣੀ सर के सामने। ਕਮਲਜੀਤ ਕੌਰ। ਖਿੱਚ ਪੀ ਸੀ ਫੋਨ ਨਾ ਲਗਾ ਦੇ ਅਗਲੇ 5 ਬੱਚੇ ਜੀ ਕਮਲਜੀਤ ਕੌਰ ਮੇਰਾ ਨਾਂ ਤਾਂ ਕਵਿਤਾ ਸੰਜਨਾ ਰਾਣੀ ਮੇਰੇ ਫਾੜ ਹਰਵਿੰਦਰਜੀਤ ਕੌਰ। ਅੱਜ ਬੇਟੇ ਬਸ ਇਹਨਾਂ ਦੀ ਕਰਵਾ ਲਓ ਬਾਹਰ ਬੱਚਿਆਂ ਨੂੰ ਕਹਿ ਦਿਓ ਵੀ ਬਾਹਰ ਤੋਂ ਲੈ ਜਾਣਗੇ। ਮਨਦੀਪ ਕਿੱਥੇ ਆ? ਮੈਡਮ ਮਨਦੀਪ ਕੌਰ ਜੀ ਇਧਰ ਆਓ। ਮੈਡਮ ਮਨਦੀਪ ਕੌਰ ਤੇ ਭਾਬੀ ਕੁਲਵਿੰਦਰ ਕੌਰ ਤੁਸੀਂ ਜਾ ਲਓ। ਭਾਬੀ ਕੁਲਜੀਤ ਕੌਰ ਜੀ ਤੁਸੀਂ ਵੀ ਨਾਲ ਅਗਲੀ ਸਾਈਡ ਮੈਡਮ ਅੱਗੇ ਜਾਓ। आगे आ जाइए। ਬੇਟੇ ਇੱਥੇ ਆਓ। हाँ जी सामने ਇਧਰ ਤੱਕ ਕਲੀਅਰ ਆ ਪੂਰਾ सामने सर। हाँ जी ਮੇਰੀ ਬਾਈ ਸ਼ਿਵਜੀਤ ਜੀ ਨੂੰ ਬੇਨਤੀ ਹੈ ਕਿ ਇੱਕ ਆਪਾਂ ਲੜਕਿਆਂ ਦੇ ਬੈਚ ਨੂੰ ਵੀ ਡਿਸਟ੍ਰੀਬਿਊਟ ਕਰ ਦਈਏ। ਇੱਕ ਆਪਾਂ ਲੜਕਿਆਂ ਦੇ ਬੈਚ ਨੂੰ ਵੀ ਸੁਖਚੈਨ ਸਿੰਘ ਬਹਾਦਰ ਸਿੰਘ ਸਰਬਜੀਤ ਸਿੰਘ ਸਤਨਾਮ ਸਿੰਘ ਤੇ ਹਰੀਸ਼ ਕੁਮਾਰ। ਇਹ 5 ਬੱਚੇ ਸਟੇਜ ਤੇ ਆਉਣ। ਬੇਟੇ ਜਾਣਾ ਨਹੀਂਗਾ। ਇੱਕ ਗਰੁੱਪ ਫੋਟੋ ਕਰਨੀ ਆ ਆਪਾਂ ਜਾਣਾ ਨਹੀਂਗਾ। ਬੇਟਾ ਹਜੇ ਕੋਈ ਵੀ ਜਾਵੇ ਨਾ। ਜਾਣਾ ਨਹੀਂਗਾ। ਇੱਕ ਗਰੁੱਪ ਫੋਟੋ ਕਰਨੀ ਆ ਆਪਾਂ। मेरे सर्टिफिकेट सीधे कर लो। इधर न घुमाओ। हाँ जी थोड़ा ऐन हो जाओ। ये ठीक सामने देख। ਇੱਕ ਮਿੰਟ ਜੀ ਇੱਕ ਮਿੰਟ ਚਿੰਦਾ ਜੀ ਆਓ ਅੱਗੇ ਯਾਰ हाँ जी सामने देख। 1 सेकंड सीधे देख। ओके ਜਿਨ੍ਹਾਂ ਬੱਚਿਆਂ ਦੇ ਸਰਟੀਫਿਕੇਟ ਰਹਿ ਗਏ ਹਨ ਉਹ ਬਾਹਰੋਂ ਮੈਡਮ ਮਨਦੀਪ ਕੌਰ ਤੋਂ ਪ੍ਰਾਪਤ ਕਰ ਰਹੇ ਹਨ। ਅਸੀਂ ਇੱਕ ਵਾਰ ਫਿਰ ਤੋਂ ਡਾਕਟਰ ਕਰਨ ਵੜਿੰਗ ਜੀ ਵਾਈਸ ਚੇਅਰਮੈਨ PEDA ਅਤੇ ਜਿਹੜੀ ਅਮਜਦ ਜੀ ਸਾਥੀ ਜੀ ਡਾਇਰੈਕਟਰ DITRP ਦਾ ਸੇਵਾ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਸਵਾਗਤ ਕਰਦੇ ਹਾਂ। ਧੰਨਵਾਦ ਕਰਦੇ ਹਾਂ। बेटा 2 मिनट प्लीज पीछे राजे प्लीज 2 मिनट ਪਾਣੀ ਆ ਕੇ ਪਾਣੀ बहुत बहुत धन्यवाद सर।
ਜੀ। ਸੋ ਕਾਈਂਡਲੀ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਜ਼ਰੂਰ ਦੇ ਕੇ ਜਾਓ। ਡਾਕਟਰ ਸਾਹਿਬ ਪਲੀਜ਼ ਆਓ ਜੀ। ਅੱਜ ਸੇਵਾ ਹਿਊਮੈਨਿਟੀ ਫਾਊਂਡੇਸ਼ਨ ਸੁਸਾਇਟੀ ਵੱਲੋਂ ਜਿਹੜਾ ਸਰਟੀਫਿਕੇਸ਼ਨ ਪ੍ਰੋਗਰਾਮ ਰੱਖਿਆ ਗਿਆ ਹੈ, ਉੱਥੇ ਮੌਜੂਦ ਸਾਰੇ ਬੱਚਿਆਂ ਨੂੰ, ਮੇਰੇ ਵੀਰ, ਮੇਰੀਆਂ ਛੋਟੀਆਂ ਭੈਣਾਂ, ਮੇਰੇ ਬਜ਼ੁਰਗ, ਮੇਰੇ ਸਾਥੀ, ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਨੂੰ ਇਸ ਫੰਕਸ਼ਨ ਵਾਸਤੇ ਬੁਲਾਇਆ ਗਿਆ ਤਾਂ ਰਾਹ ਚਾਹੁੰਦਿਆਂ ਮੇਰੇ ਮਨ 'ਚ ਕਈ ਤਰ੍ਹਾਂ ਦੀਆਂ ਸੋਚਾਂ ਸੀ। ਜਦੋਂ ਵੀ ਕੋਈ ਪੋਲੀਟੀਕਲ ਡਿਬੇਟ ਹੁੰਦੀ ਹੈ ਤਾਂ ਹਰ ਵਾਰੀ ਇਹ ਕਿਹਾ ਜਾਂਦਾ ਵੀ ਪੰਜਾਬ ਦਾ ਜਿਹੜਾ ਯੂਥ ਹੈ ਇਹ ਕੁਰਾਹੇ ਪੈ ਗਿਆ, ਬੱਚੇ ਇੱਥੇ ਰਹਿਣਾ ਨਹੀਂ ਚਾਹੁੰਦੇ, ਡਰੱਗਸ ਹੈ ਜਿਹੜੀ ਇਹ ਮੇਨ ਪ੍ਰੋਬਲਮ ਹੈ, ਅਨਐਮਪਲੋਇਮੈਂਟ ਹੈ, ਤੇ ਇਹਨਾਂ ਚੀਜ਼ਾਂ ਦੇ ਡਰੋਂ ਬੱਚੇ ਜਿਹੜੇ ਬਾਹਰ ਜਾ ਰਹੇ। ਤਾਂ ਮੈਂ ਕਿਤੇ ਵੀ ਕੋਈ ਡਿਬੇਟ ਹੁੰਦੀ ਹੈ ਜਾਂ ਡਿਸਕਸ਼ਨ ਹੁੰਦੀ ਹੈ, ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿੰਨਾ ਚਿਰ ਪ੍ਰਾਇਮਰੀ ਲੈਵਲ ਆਫ ਐਜੂਕੇਸ਼ਨ ਹੈ ਜਿਹੜਾ ਪੰਜਾਬ ਦਾ, ਜਿਹੜਾ ਸਰਕਾਰੀ ਸਿੱਖਿਆ ਪ੍ਰਣਾਲੀ ਹੈ, ਜਿਹੜਾ ਪ੍ਰਾਇਮਰੀ ਸਕੂਲ ਦੀ ਜਿਹੜੀ ਪੜ੍ਹਾਈ ਹੈ, ਜੇ ਐਟ ਪਾਰ ਵਿਦ ਪਬਲਿਕ ਸਕੂਲਸ ਨਹੀਂ ਹੋਊਗੀ ਤਾਂ ਪੰਜਾਬ ਦਾ ਕਦੇ ਵੀ ਫਾਇਦਾ ਨਹੀਂ ਹੋ ਸਕਦਾ। ਬਿਲਕੁਲ। ਉਹਦੀ ਜਿਉਂਦੀ ਜਾਗਦੀ ਐਗਜ਼ਾਮਪਲ ਆਪਣੀ ਰਾਜਧਾਨੀ ਹੈ, ਜਿੱਥੇ ਚੰਗੇ ਚੰਗੇ ਬਿਊਰੋਕਰੈਟਸ, ਇੰਡਸਟਰੀਅਲਿਸਟ ਤੇ ਅਫਸਰਾਂ ਦੇ ਮੁੰਡੇ ਬੱਚੇ ਪੜ੍ਹਦੇ ਆ। 35 ਮਾਡਲ ਸਕੂਲ, 15 ਮਾਡਲ ਸਕੂਲ, ਇਹ ਸਰਕਾਰੀ ਸਕੂਲ ਹੈ ਤੇ ਵਿਵੇਕ ਹੈ ਜਾਂ YPS ਦੇ ਐਟ ਪਾਰ ਐਜੂਕੇਸ਼ਨ ਦੇ ਰਹੇ ਆ। ਕੋਈ ਇਹ ਬਾਹਰਲੀ ਕੋਈ ਸਟੇਟ ਤਾਂ ਹੈ ਨਹੀਂ, ਇੱਕ ਚੰਡੀਗੜ੍ਹ ਦੇ ਪੰਜਾਬ ਦੀ ਰਾਜਧਾਨੀ ਹੈ, ਤਾਂ ਇੱਥੇ ਕਿਉਂ ਨਹੀਂ ਹੋ ਸਕਦਾ? ਐਂਡ ਜਿਹੜਾ ਟੈਕਨੀਕਲ ਐਜੂਕੇਸ਼ਨ ਹੈ, ਮੈਂ ਕਹਿੰਦਾ ਕਿਤੇ ਬੱਚਿਆਂ ਦੀ ਵੀ ਕਈ ਜਗ੍ਹਾ ਤੇ ਅਣਗਹਿਲੀ ਹੈ, ਆਈਲੈਟਸ ਕਰਨੀ ਸੌਖੀ ਹੈ, ਪਰ ਇੱਥੇ ਜ਼ਰੂਰ ਆਪਦਾ ਫਿਊਚਰ ਬਣਾਉਣਾ ਔਖਾ ਪਰ ਇੰਪੋਸੀਬਲ ਨਹੀਂਗਾ। ਜਿਹੜੇ ਟੈਕਨੀਕਲ ਕੋਰਸਿਸ ਹੈ, ਜਿਵੇਂ ਤੁਹਾਨੂੰ ਸਰਟੀਫਿਕੇਸ਼ਨ ਦਿੱਤੀ ਜਾ ਰਹੀ ਹੈ, ਪ੍ਰੋਵਾਈਡਡ ਤੁਸੀਂ ਸੱਚੇ ਮਨ ਨਾਲ ਇਹਨੂੰ ਪੜ੍ਹਿਆ ਹੋਵੇ ਤਾਂ ਤੁਹਾਨੂੰ ਜੌਬ ਮਿਲਣੀ ਔਖੀ ਨਹੀਂ ਗੀ। ਅੱਜ ਵੀ ਜਿਹੜੇ ਪ੍ਰਾਈਵੇਟ ਸੈਕਟਰਸ ਹੈ, ਯਕੀਨ ਮੰਨਿਓ, ਇੱਕ ਜਿਹੜਾ ਫਰੈਸ਼ਰ ਅਕਾਊਂਟੈਂਟ ਹੈ ਉਹਦੀ 35 ਤੋਂ 40 ਹਜ਼ਾਰ ਰੁਪਇਆ ਤਨਖਾਹ ਅੱਜ ਵੀ ਹੈਗੀ ਹੈ। ਤੇ ਲੁਧਿਆਣੇ ਵਰਗੇ ਜਿਹੜੇ ਮੈਟਰੋਪੋਲੀਟਨ ਸਿਟੀਜ਼ ਆ, ਉੱਥੇ ਅਕਾਊਂਟੈਂਟਸ ਦੀ ਬਹੁਤ ਜ਼ਿਆਦਾ ਕਿੱਲਤ ਹੈ। ਐਂਡ ਆਈ ਕਈ ਹੋਰ ਵੀ ਜਿਹੜੇ ਟੈਕਨੀਕਲ ਕੋਰਸਿਸ ਹੈ, ਜੇ ਤੁਹਾਡੇ 'ਚ ਹੁਨਰ ਹੈਗਾ ਤਾਂ ਇੰਡੀਆ ਦੇ ਵਿੱਚ ਵੀ ਜੌਬ ਦੀ ਕੋਈ ਕਮੀ ਨਹੀਂ। ਹਾਂ, ਰਵਾਇਤੀ ਚੀਜ਼ਾਂ 'ਚ ਜ਼ਰੂਰ ਪ੍ਰੋਬਲਮ ਆ ਰਹੀ ਹੈ, ਤੇ ਜਦੋਂ ਡਿਮਾਂਡ ਐਂਡ ਸਪਲਾਈ, ਡਿਮਾਂਡ ਬਹੁਤ ਜ਼ਿਆਦਾ ਹੋਵੇ ਤੇ ਸਪਲਾਈ ਘੱਟ ਹੋਵੇ ਤਾਂ ਸੈਚੂਰੇਸ਼ਨ ਹੋਣਾ ਜ਼ਰੂਰੀ ਹੈ। ਮੈਂ no doubt I'm from politics, but by education I'm a doctor. ਮੈਨੂੰ ਬੜੇ ਬੰਦੇ ਪੁੱਛਦੇ ਆ ਇੰਨੀ ਪੜ੍ਹਾਈ ਕਰ ਲਈ ਫਾਇਦਾ ਕੀ ਹੋ ਗਿਆ? ਤਾਂ ਮੈਂ ਕਹਿੰਦਾ ਕਿ ਪੜ੍ਹਾਈ ਕਦੇ ਵੀ ਅਜਾਈ ਨਹੀਂ ਜਾਂਦੀ। ਮੈਂ ਮਾਣ ਨਾਲ ਕਹਿ ਸਕਦਾ ਕਿ ਕਾਂਗਰਸ ਪਾਰਟੀ 'ਚ ਮੈਂ ਇਕੱਲਾ ਡਾਕਟਰ ਹਾਂ। ਸੋ ਇਸ ਕਰਕੇ ਜੇ ਆਪਾਂ ਮਿਹਨਤ ਕਰਦੇ ਹਾਂ, ਜਿਵੇਂ ਬਾਈ ਜੀ ਨੇ ਕਿਹਾ ਕਿ ਲੋਕਾਂ ਨੂੰ ਕੈਨੇਡਾ, ਅਮਰੀਕਾ ਜਾਣ ਦਾ ਬੜਾ ਰੁਝਾਨ ਹੈ, ਇਹਨਾਂ ਦੀ ਗੱਲ ਸਹੀ ਹੈ। ਯੂਰਪੀਅਨ ਕੰਟਰੀਜ਼ ਪੋਪੂਲੇਸ਼ਨ ਵਧਣ ਦੀ ਥਾਂ ਤੇ ਘਟ ਰਹੀ ਹੈ ਤੇ ਜੌਬ ਅਪਰਚੁਨਿਟੀਜ਼ ਇੰਨੀਆਂ, ਪਰ ਪ੍ਰੋਬਲਮ ਆਉਂਦੀ ਹੈ ਲੈਂਗੁਏਜ ਦੀ। ਮੈਂ ਤਾਂ ਇਹ ਵੀ ਕਹਿੰਦਾ ਕਿ ਜਿਹੜੇ ਆਈਲੈਟਸ ਦਾ ਅੱਜ ਮਲਟੀ ਕਰੋੜ ਬਿਜ਼ਨਸ ਹੈ, ਇਹ ਸਕੂਲ ਦੀ ਅਡਾਪਟ ਕਰਨ ਲੱਗ ਪੈਣ ਤਾਂ ਘਰਦਿਆਂ ਦੀਆਂ ਜੇਬਾਂ ਜਿਹੜੀਆਂ ਉਹਨਾਂ ਤੇ ਭਾਰ ਨਹੀਂ ਪਊਗਾ ਤੇ ਬੱਚਾ ਪਹਿਲਾਂ ਹੀ ਤਿਆਰ ਨਿਕਲੂਗਾ।
ਸੋ ਜਿਹੜੀਆਂ ਬੇਸਿਕ ਦੀਆਂ ਚੀਜ਼ਾਂ ਆਪਣੇ ਸਿਸਟਮ 'ਚ ਜੇ ਠੀਕ ਹੋ ਜਾਣ ਤਾਂ ਬਹੁਤੀ ਵੱਡੀ ਪ੍ਰੋਬਲਮ ਨਹੀਂ ਗੀ। ਬਾਕੀ ਮਿਹਨਤ ਕਦੇ ਵੀ ਅਜਾਈ ਨਹੀਂ ਜਾਂਦੀ। ਸੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਅੱਜ ਆਪਦਾ ਕੋਰਸ ਕੰਪਲੀਟ ਕੀਤਾ ਤੇ ਇਹੀ ਐਕਸਪੈਕਟ ਕਰਦਾ ਕਿ ਅੱਗੇ ਤੋਂ ਤੁਸੀਂ ਮਿਹਨਤ ਨਾਲ ਆਪਦੇ ਗੋਲਸ ਨੂੰ ਫੁੱਲਫਿਲ ਕਰੋਗੇ। ਤੇ ਮੈਂ ਮੁਬਾਰਕਬਾਦ ਦਿੰਦਾ ਇਸ ਫਾਊਂਡੇਸ਼ਨ ਨੂੰ, ਸ਼ਿਵਜੀਤ ਬਾਈ ਜੀ ਨੂੰ, ਜਿਨ੍ਹਾਂ ਨੇ ਏਡਾ ਨੋਬਲ ਉਪਰਾਲਾ ਸ਼ੁਰੂ ਕੀਤਾ ਕਿ ਜਿਹੜੇ ਦੁਖੀ ਹੈ ਜਿਸ ਤਰ੍ਹਾਂ ਲਾਗੇ ਸੋਤਨ ਜਾਣੇ ਕੌਣ ਜਾਣੇ ਪੀੜ ਪਰਾਈ ਪਰੇ, ਪਰਾਈ ਪੀੜ ਨੂੰ ਵੀ ਹੰਢਾ ਰਹੇ ਨੇ ਆਪਦੇ ਤਨ ਤੇ, ਉਹਨਾਂ ਦਾ ਦਰਦ ਸਮਝ ਰਹੇ ਨੇ। ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਦੇਵੇ, ਤਰੱਕੀ ਦੇਵੇ, ਕਿਉਂਕਿ ਗਰੀਬਾਂ ਦੀ, ਲੋੜਵੰਦਾਂ ਦੀ ਤੇ ਬਿਮਾਰਾਂ ਦੀ ਜਿਹੜੀ ਮਦਦ ਹੈ, ਇਹਦੀ ਜਿਹੜੀ ਅਸੀਸ ਹੈ ਧੁਰ ਦਰਗਾਹੇ ਲੱਗਦੀ ਹੈ। ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ, ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੁਲੇਟ ਕਰਦਾ ਫॉर योर ਅਚੀਵਮੈਂਟ ਤੇ ਇਹੀ ਦੁਆ ਕਰਦੇ ਕਿ ਤੁਸੀਂ ਵੱਧ ਤੋਂ ਵੱਧ ਤਰੱਕੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। A1 ਪੰਜਾਬੀ ਨਿਊਜ਼ ਚੈਨਲ ਦੇ ਜਿੰਨੇ ਵੀ ਦਰਸ਼ਕ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ, ਸੇਵ ਹਿਊਮੈਨਿਟੀ ਫਾਊਂਡੇਸ਼ਨ ਪੰਜਾਬ ਵੱਲੋਂ ਜਿਹੜਾ ਸਰਟੀਫਿਕੇਟ ਵੰਡ ਸਮਾਰੋਹ ਹੋ ਰਿਹਾ ਫਰੀਦਕੋਟ ਵਿਖੇ, ਉਹ ਪਹਿਲਾਂ ਲੋੜਵੰਦਾਂ ਦੀ ਚੈੱਕ ਦੇ ਕੇ ਮਦਦ ਕੀਤੀ ਗਈ ਤੇ ਹੁਣ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਤੁਸੀਂ ਵਿਚਾਰਾਂ ਸੁਣੀਆਂ। ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਕਮੈਂਟ ਕਰੋ, ਪ੍ਰਤੀਕਰਮ ਕਰੋ, ਸੁਝਾਅ ਦਿਓ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ। ਹੁਣ ਜਿਹੜਾ ਮੁੱਖ ਮਹਿਮਾਨ ਆ ਉਹਦਾ ਸਨਮਾਨ ਕਰਨ ਜਾ ਰਹੇ ਨੇ ਸਾਰੇ। ਮੈਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਸੇਵਾਦਾਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆਉਣ। ਭਾਈ ਰਾਜਪਾਲ ਜੀ, ਭਾਈ ਨਵਜੋਤ ਜੀ, ਸਨਮਾਨ ਕੇ ਆਪਣਾ ਯਾਦ ਨਿਸ਼ਾਨ ਭਾਈ ਜੀ ਆਓ। ਅੱਗੇ ਮੈਂ ਮਲਕੀਤ ਸਿੰਘ ਕਾਂਗਾਂਗਲ ਜੀ ਨੂੰ ਬੇਨਤੀ ਕਰੂੰਗਾ ਕਿ ਹਾਂਜੀ ਸਰ। ਤੇ ਮੈਂ ਆਪਣੇ ਵੱਡੇ ਵੀਰ ਡਾਲਰ ਵੀਰ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆਉਣ। ਅੱਗੇ ਮੈਂ ਸਾਡੇ ਅੰਕਲ ਭਗਤ ਸਿੰਘ ਅੰਕਲ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆਉਣ। ਅੱਗੇ ਮੈਂ ਬੇਨਤੀ ਕਰੂੰਗਾ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਨੂੰ, ਉਹ ਵੀ ਸਟੇਜ ਤੇ ਆਉਣ। ਆ ਜਾਓ ਜੀ। ਲਿਓ। ਇਹ ਸਾਰੇ ਕੰਮਾਂ ਨੂੰ ਆਪਾਂ ਹੀ ਆ। ਹਾਂਜੀ ਹਾਂਜੀ ਸਰ, ਸਾਹਮਣੇ ਅੱਗੇ ਮੈਂ ਬੇਨਤੀ ਕਰੂੰਗਾ ਭਾਈ ਬਲਤੇਜ ਸਿੰਘ ਜੀ ਨੂੰ, ਉਹ ਵੀ ਸਟੇਜ ਤੇ ਆਉਣ। ਸਾਡੇ ਵੱਡੇ ਵੀਰ ਬਲਤੇਜ ਸਿੰਘ ਜੀ।
मैं साडे ਵੱਡੇ ਵੀਰ ਗੁਰਪ੍ਰੀਤ ਸਿੰਘ ਪੱਤਰਕਾਰ ਜੀ ਨੂੰ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ। ਗੁਰਪ੍ਰੀਤ ਪੱਤਰਕਾਰ ਜੀ ਹਾਂਜੀ ਸਾਹਮਣੇ ਦੇਖਣਾ ਸਰ, सर के सामने देखो ही सर जी। मैं साडे भाई गुरजीत सिंह ढिल्लों ਨੂੰ ਬੇਨਤੀ ਕਰਦਾ हाँ जी सर, सर काम तो मैं साडे कंप्यूटर टीचर मैडम मनदीप कौर ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ। ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਸੀਆਈਟੀਆਰ ਸਨਮਾਨ ਲੈ ਦੋ ਸ਼੍ਰੀ ਅਮਜਦ ਜੀ ਸਾਥੀ ਜੀ ਜਿਨ੍ਹਾਂ ਨੂੰ ਡਾਕਟਰ ਕਰਨ ਵੜਿੰਗ ਜੀ हाँ जी ਸਨਮਾਨਿਤ ਕਰ सामने ਰਹੇ। देखना सर, सर सर जी जी सामने है। ਅੱਗੇ ਮੈਂ ਬੇਨਤੀ ਕਰੂੰਗਾ ਭਾਈ ਹਰਪ੍ਰੀਤ ਸਿੰਘ ਜੀ ਨੂੰ, ਹਰਪ੍ਰੀਤ ਸਿੰਘ ਚਾਨਣ ਜੀ ਉਹ ਵੀ ਸਟੇਜ ਤੇ ਆਉਣ। ਹੁਣ ਸੇਵਾ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਡਾਕਟਰ ਕਰਨ ਵੜਿੰਗ ਜੀ ਨੂੰ ਸਨਮਾਨ ਚ ਕੀਤਾ ਜਾਊਗਾ। ਆਜੋ ਸਰ ਸੇਵਾ ਹਿਊਮੈਨਿਟੀ ਇਧਰ ਧੰਨਵਾਦ ਸਾਰੇ ਸੱਜਣਾਂ ਦਾ ਅਤੇ ਜੋ ਸਟੂਡੈਂਟਸ ਹੈ ਉਹਨਾਂ ਦਾ ਤੇ ਜਿਨ੍ਹਾਂ ਸਟੂਡੈਂਟਸ ਦੇ ਸਰਟੀਫਿਕੇਟ ਰਹਿ ਗਏ ਹਨ ਉਹ ਮੈਡਮ ਮਨਦੀਪ ਕੌਰ ਕੋਲੋਂ ਪ੍ਰਾਪਤ ਕਰ ਲੈਣ ਤੇ ਜਾਂ ਇੱਕ ਜਿਨ੍ਹਾਂ ਬੱਚਿਆਂ ਨੇ ਸਰਟੀਫਿਕੇਟ ਲੈ ਲਏ ਹਨ ਉਹ ਆਪਣੇ ਸਿਗਨੇਚਰ ਜ਼ਰੂਰ ਕਰਕੇ ਜਾਂਦੇ ਹੋਏ ਤੇ ਅਸੀਂ ਸੇਵਾ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਪ੍ਰਤੀਕਰਮ ਕਰੋ। ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋਟਪੁਰਾ। ਫਿਰ ਮਿਲਾਂਗੇ ਕਿਸੇ ਹੋਰ ਇਸ ਤਰ੍ਹਾਂ ਦੇ ਭਖਦੇ ਮਸਲੇ ਨਾਲ, ਚਲੰਤ ਮਾਮਲੇ ਨਾਲ। ਇਹਨਾਂ ਦੀ ਬੈਕ ਸਾਈਡ ਤੇ ਜਾ ਕੇ ਕਰਨਗੇ ਬੱਚਿਆਂ ਦੀ ਅਸੀਂ ਜਾ ਕੇ ਹਾਂ ਨਹੀਂ ਇੱਥੇ ਕਈ ਕਰ ਲੈਂਦੇ ਲੋਕ ਮੈਂ ਕਰ ਜਿਵੇਂ ਬੈਠੇ ਇੱਥੇ ਦੋ ਅੱਧੇ ਇੱਧਰ ਹੋ ਗਏ ਅੱਗੇ। बेटा शांति रखो, सिर्फ 5 मिनट। ਬੈਕ ਸਾਈਡ ਤੇ ਨਾ ਜਿਹੜੇ ਸਿਰਫ ਸਟੂਡੈਂਟ ਆ ਉਹ ਬੈਠ ਜਾਓ ਇੱਕ ਵਾਰੀ, ਬਾਕੀ ਦੇਖੋ ਬੇਟੇ ਤੁਹਾਡੀ ਨਾ ਇੱਕ ਗਰੁੱਪ ਫੋਟੋ ਹੋਣੀ ਹੈ ਜਿਹੜੀ ਸਵੇਰੇ ਅਖਬਾਰਾਂ 'ਚ ਲੱਗਣੀ ਹੈ। ਤੁਸੀਂ ਸਰਟੀਫਿਕੇਟ ਦਿਖਾ ਕੇ ਨਾ ਬੈਠ ਜਾਓ ਸਾਰੇ, ਪਿੱਛੋਂ ਸਾਰੇ ਪ੍ਰਬੰਧਕ ਖੜ ਜਾਣਗੇ, ਬੈਠ ਜਾਓ ਸਾਰੇ। ਸ਼ਾਂਤੀ ਨਾਲ ਵੀ ਸ਼ਾਂਤੀ ਨਾਲ ਰਵਾ ਨਹੀਂ ਨਹੀਂ ਹੋ ਗਿਆ ਖਾਲੀ ਹੋ ਗਿਆ ਮਗਰ ਖਾਨਾ ਨੇ ਕਿਸੇ ਨੇ ਅੱਗੇ ਸਾਰੇ ਜਿਹੜੇ ਲੜਕੇ ਗਏ
ਇੱਥੇ ਆਓ। ਭਾਈ ਜਿਹੜੇ ਮਰੀਜ਼ ਜਦ ਉਹਨਾਂ ਦੇ ਵਾਪਸ ਜੋ ਜਿਨ੍ਹਾਂ ਨੇ ਆਪਦਾ ਮਾਣ ਪੱਤਰ ਲੈ ਲਿਆ ਉਹ ਕਿਰਪਾ ਕਰਕੇ ਤੁਸੀਂ ਚਲੇ ਜਾਓ। ਕੇਵਲ ਇੱਥੇ ਵਿਦਿਆਰਥੀ ਜੇ ਕੰਪਿਊਟਰ ਸੈਂਟਰ ਦੇ ਵਿੱਚ ਪੜ੍ਹਦੇ ਸੀ ਸਿਰਫ ਉਹੀ ਰਹਿਣਗੇ। ਟੀਚਰਾਂ ਨੇ ਪਿੱਛੇ ਖੜਨਾ ਹੈ। ਮਰੀਜ਼ ਜਾਂ ਉਹਨਾਂ ਦੇ ਵਾਰਸ ਜੋ ਬੈਠੇ ਆ ਉਹ ਕਿਰਪਾ ਕਰਕੇ ਚਲੇ ਜਾਣ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਆ ਫੜੀ। ਇੱਕ ਚ ਨਹੀਂ ਹੋਊਗਾ ਇਧਰਲੇ ਪਾਸੇ। ਚਲੋ 2 ਬੈਚ ਕਰ ਦਿੰਨੇ ਆ ਗੁਰਪ੍ਰੀਤ ਜੀ, 2 ਬੈਚ ਕਰ ਦਿੰਨੇ ਆ ਹਨਾ। ਇੱਕ ਵਾਰੀ ਸਟੇਕ ਰੇਟ ਦਾ ਕਰ ਦੋ ਬੈਚ ਦੇਖੋ ਤਾਂ ਟਾਈਮਰ ਬਣਦਾ ਹੈਗਾ। ਹਾਂਜੀ ਹਾਂਜੀ ਬੈਠੇ ਬੈਠੇ ਨਹੀਂ ਮੰਨਦਾ ਤੁਹਾਡਾ ਐਂਗਲ ਜਾਂ ਪਿੱਛੇ ਨੂੰ ਬਣਾ ਲਈਏ ਕੁਰਸੀਆਂ। ਆਂਦਾ ਐਂਗਲ ਜਾਂ ਕਰ ਲਓ ਫੋਟੋ ਹਜੇ ਪਿੱਛੇ ਮਹਿਮਾਨਾਂ ਨੂੰ ਪਿੱਛੇ ਲੈ ਕੇ ਆਉਣਾ। ਸਹੀ ਹੈ। ਬਣਾ ਦੋ ਭਾਈ। ग्रुप फोटो सर जी बेटा सर्टिफिकेट दिखाओ, थोड़ा चेहरा ना लुके। सर्टिफिकेट सीधे कर लो। बेटे सर्टिफिकेट दिखाओ सारे, पर थोड़ा चेहरा ना लुके है ना, अपना चेहरा नहीं, चेहरा थोड़ा दिसना चाहिए। इस तरह सर्टिफिकेट। हाँ बिल्कुल ठीक है। सही है सही। थोड़ा खोल के इधर आ जाओ सर। हाँ जी थोड़ा घेरा बड़ा कर लो, ग्रुप बड़ा कर लो सर। हाँ जी सामने देखो सारे देखो, मुस्कुराहट हो गई थोड़े चेहरे पे। कैमरे से देखो ही, चेहरा ना लुके, थोड़ा सर्टिफिकेट का। 1 सेकंड खड़े। हाँ जी ओके। ਹੁਣ ਇੱਧਰ ਉਧਰ ਵਾਲੇ ਬੱਚੇ ਰਹਿ ਗਏ, ਹੁਣ ਉਸ ਪਾਸੇ ਆ ਜਾਓ। बेटे इसे तरह ना चेहरा ना थोड़ा लुके ते सर्टिफिकेट दिखा के, सारे तुसी बच्चे खुशकिस्मत हो, कर्मा वाले हो। शिवजीत इन्ना बच्चों को करते फ्री। अच्छा बेटे साइन करके जाने सारे ने है ना।
ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।